सत श्री अकाल जी। तुसी देख रहे हो प्राइम टाइम ते मैं वरिंदरपाल सिंह गिल। अज असी प्राइम टाइम कुछ वखरा लैके तुहाडी कचहरी दे विच हाज़र होए हां। अज प्राइम टाइम दे विच असी ट्रक्कां दे बारे गलबात करांगे, ट्रक बिजनेस बारे, ट्रांसपोर्टरां बारे। जिवें मानक साहब नहीं गाउंदे हुंदे सीगे यारां दा ट्रक बल्लीए, उस ट्रक बिजनेस बारे। ट्रक्कां वालियां ते गाने भी बहुत आ ते ट्रक यूके दे विच ट्रकर जिहड़े अपने ट्रांसपोर्ट भाईचारा बहुत गिणती दे विच इस किते दे नाल जुड़िया होया। पूरी दुनिया च बैठे लोग पंजाबी जिहड़े आ उन्हां दा पसंदीदा एक किता आ। USA दे विच, कैनेडा दे विच तां तुसीं बहुत सारे शो भी आ जिहड़े वो ट्रक्कां वालियां उत्ते वेखे होणगे, पर यूके दे विच तकरीबन ये पहला शो आ जिस दे उत्ते असीं ट्रांसपोर्टरां दे की मुद्दे ने ਉਹਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ। ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਚਾਰਲੀ ਅਹਿਮਦ ਜੀ। ਸਵਾਗਤ ਹੈ ਜੀ ਤੁਹਾਡਾ। ਅਸਲਾਮ ਅਲੈਕਮ। ਵਾਲੇਕੁਮ ਸਲਾਮ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚਾਰਲੀ ਜੀ ਇੱਕ ਕੰਪਨੀ ਆ ਜਿਹੜੀ ਉਹ ਚਲਾਉਂਦੇ ਨੇ, ਇਨਵਰ ਗੋਲਡ ਇਹਦਾ ਨਾਮ ਆ, ਤੇ 2013 ਤੋਂ ਇਸ ਜਿਹੜੇ ਆ ਟਰਾਂਸਪੋਰਟ ਨਾਲ ਸੰਬੰਧਿਤ ਕੋਈ ਮੁਸ਼ਕਲ ਜਦੋਂ ਆਉਂਦੀ ਆ, ਜਦੋਂ DVSA ਦੇ ਕੋਲ ਕੋਈ ਤੁਹਾਡੀ ਜਿਹੜੀ ਆ ਇਨਕੁਆਰੀ ਜਾਂਦੀ ਆ, ਉਸ ਵੇਲੇ ਇਹ ਹੈਂਡਲ ਕਰਦੇ ਆ, ਉਸ ਵੇਲੇ ਨਾਲ ਜਾਂਦੇ ਆ। ਤੇ ਇਹਨਾਂ ਨੂੰ ਮਿਲਾਉਣ ਦੇ ਲਈ ਇਹ ਸਾਨੂੰ ਜਿਹੜੇ ਮਿਲੇ, ਕਿਉਂਕਿ ਕਹਿੰਦੇ ਹੁੰਦੇ ਆ ਕਿ ਸਿਆਣੇ ਬੰਦੇ ਯਾਦ ਜ਼ਰੂਰ ਉਹਨੂੰ ਰੱਖਣਾ ਚਾਹੀਦਾ ਜਿਹਨੇ ਮਿਲਾਇਆ। ਹਰਜੀਤ ਸਿੰਘ ਹੋਣਾ ਦਾ ਸਭ ਤੋਂ ਪਹਿਲਾਂ ਸ਼ੁਕਰੀਆ, ਜਿਨ੍ਹਾਂ ਦੇ ਰਾਹੀਂ ਆਪਾਂ ਇਹਨਾਂ ਨੂੰ ਮਿਲੇ ਸੀ। ਕਿਤੇ ਗੱਲਬਾਤ ਕਰਨ ਗਏ ਸੀ, ਉੱਥੇ ਇੰਗਲਿਸ਼ ਬਹੁਤ ਵਧੀਆ ਬੋਲਦੇ, ਨਾਲ ਲੈ ਕੇ ਗਏ ਸੀ ਇਹਨਾਂ ਨੂੰ। ਸੋ ਇਸ ਉੱਥੇ ਜਿਹੜੇ ਹਰਜੀਤ ਸਿੰਘ ਹੋਣਾ ਕਰਕੇ ਆਪਾਂ ਮਿਲੇ ਆ, ਉਹਨਾਂ ਦਾ ਵੀ ਸ਼ੁਕਰੀਆ। ਚਾਰਲੀ ਜੀ ਸਵਾਗਤ ਹੈ ਤੁਹਾਡਾ। ਤੇ ਅੱਜ ਅਸੀਂ ਗੱਲਬਾਤ ਕਰਨੀ ਆ ਜੀ ਯੂਕੇ ਦੇ ਵਿੱਚ ਪੰਜਾਬੀ ਭਾਈਚਾਰਾ ਬਹੁਤ ਸਾਰਾ ਜਿਹੜਾ ਟਰੱਕਾਂ ਦੇ ਨਾਲ ਜੁੜਿਆ ਹੋਇਆ ਜੀ ਜੀ। ਤੇ ਅਸਲ ਦੇ ਵਿੱਚ ਬਹੁਤ ਸਾਰੇ ਜਿਹੜੇ ਮੁੱਦੇ ਆ ਟਰੱਕਾਂ ਵਾਲਿਆਂ ਦੇ, ਉਹਨਾਂ ਦੇ ਬਾਬਤ ਪਤਾ ਸਾਨੂੰ ਉਸ ਵੇਲੇ ਲੱਗਦਾ ਜਦੋਂ ਸਾਡੇ ਸਿਰ ਤੇ ਆਣ ਪੈਂਦੀ ਆ ਜੀ। ਪੰਜਾਬੀ ਦੀ ਕਹਾਵਤ ਹੈ ਕਿ ਵਾਹ ਪਿਆ ਜਾਣੀ ਹੈ, ਰਾਹ ਪਿਆ ਜਾਣੀ ਹੈ। ਜੀ ਜੀ ਜੀ। ਸੋ ਵਾਹ ਪਿਆ ਤੇ ਰਾਹ ਪੈਣ ਤੋਂ ਪਹਿਲਾਂ ਮੈਨੂੰ ਇਹ ਇੱਥੋਂ ਆਪਾਂ ਸ਼ੁਰੂਆਤ ਅੱਜ ਕਰਾਂਗੇ ਗੱਲਬਾਤ ਦੀ, ਕਿਉਂਕਿ ਮੁੱਦੇ ਬਹੁਤ ਜ਼ਿਆਦਾ ਆ। ਆਪਾਂ ਜਿਵੇਂ ਡਿਸਕਸ ਕੀਤੇ ਆ ਵੀ ਜੇ ਆਪਾਂ ਟਰਾਂਸਪੋਰਟ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮੁੱਦੇ ਆ ਜੀ। ਪਰ ਇਹਦੇ ਉੱਤੇ ਆਪਾਂ ਅੱਜ ਚਲੋ ਜਿੰਨੇ ਕੁ ਆਪਣੇ ਕੋਲ ਕਵਰ ਹੋ ਸਕੇ ਇਸ ਟਾਈਮ ਦੇ ਵਿੱਚ ਕਰਾਂਗੇ। ਸ਼ੁਰੂਆਤ ਆਪਾਂ ਅੱਜ ਕਰਨੀ ਆ ਕਿ ਟਰਾਂਸਪੋਰਟ ਦੇ ਜਿਹੜੇ ਆ ਟਰਾਂਸਪੋਰਟਰਾਂ ਦੇ ਕੋਲੋਂ DVSA ਜਦੋਂ ਕਿਤੇ ਇਨਕੁਆਰੀ ਪੈਂਦੀ ਆ ਤੇ ਮੰਗਦਾ ਕੀ ਆ। ਸਭ ਤੋਂ ਪਹਿਲਾਂ ਇਹ ਜ਼ਰੂਰ ਸਾਡੇ ਟਰਾਂਸਪੋਰਟਰਾਂ ਨੂੰ ਪਤਾ ਹੋਵੇ, ਤੇ ਅੱਗੇ ਅਸੀਂ ਨਾਲ ਗੱਲਬਾਤ ਜਾਰੀ ਰੱਖਾਂਗੇ। ਸਹੀ ਗੱਲ ਹੈ ਜੀ। ਚਲੋ ਜੀ, ਗੱਲ ਹੁੰਦੀ ਆ ਦੈਟ ਦੋ ਲਾਇਸੈਂਸਿਸ ਹੈਗੇ ਮੌਜੂਦ। ਇੱਕ ਹੁੰਦਾ ਰਿਸਟ੍ਰਿਕਟਿਡ ਲਾਇਸੈਂਸ ਜੀ, ਉਹ ਹੁੰਦਾ ਜਿੱਥੇ ਬੰਦੇ ਆਪਣਾ ਮਾਲ ਖੁਦ ਲੈ ਕੇ ਜਾਂਦੇ ਆ, ਲੋਡ ਕਰਦੇ ਆ, ਆਪਣਾ DIY ਮਰਚੈਂਟ ਜਿਹਨੂੰ ਆਪਣਾ ਜ਼ਾਤੀ ਮਾਲ ਹੁੰਦਾ ਜੀ। ਦੂਸਰਾ ਲਾਇਸੈਂਸ ਹੁੰਦਾ ਜਿਹੜਾ ਇਹ ਕਰਦੇ ਆ, ਲੋਕਾਂ ਵਾਸਤੇ ਕੰਮ ਕਰਦੇ ਆ, ਹਾਇਰ ਐਂਡ ਰਿਵਾਰਡ, ਉਹਨੂੰ ਸਾਡਾ ਨੈਸ਼ਨਲ ਲਾਇਸੈਂਸ। ਅੱਛਾ ਜੀ। ਅੱਛਾ, ਉਹ ਜਦੋਂ ਲਾਇਸੈਂਸ ਲੈਣਾ ਉਹ ਬਹੁਤ ਆਸਾਨ ਆ। ਹਾਂ, ਉਹ ਬਹੁਤ ਆਸਾਨ ਆ, ਪਰ ਚਲਾਉਣਾ ਲਾਇਸੈਂਸ ਬਹੁਤ ਮੁਸ਼ਕਲ ਆ। ਜਦੋਂ ਗੱਡੀਆਂ ਰੁਕ ਜਾਂਦੀਆਂ ਨਾ DVSA, ਉਹ ਐਕਚੁਅਲੀ ਅਫਸੋਸ ਦੀ ਗੱਲ ਆ, ਜਦੋਂ ਆਪਣੇ ਬੰਦੇ ਦੇਖਦੇ ਆ ਨਾ ਉਹਨੂੰ ਪਤਾ ਇਹਨਾਂ ਦਾ ਡੈਫੀਨਿਟਲੀ ਇਹਨਾਂ ਦਾ ਮਸਲਾ ਕੋਈ ਜ਼ਰੂਰ ਹੋਣਾ ਹੈਗਾ, ਉਹ ਫਿਰ ਰੋਕਦੇ ਹੈਗੇ ਜੀ। ਉਹ ਫਿਰ ਪੁੱਛਦੇ ਸਵਾਲ ਦਾ ਤੁਸੀਂ ਦੱਸੋ, ਸਾਨੂੰ ਰਿਕਾਰਡ ਚਾਹੀਦੇ ਆ। ਉਹ ਜਦੋਂ ਸਵਾਲ ਇਹ ਪੁੱਛਦੇ ਆ ਆਪਣੇ ਬੰਦੇ ਕੋਲ ਰਿਕਾਰਡ ਨਹੀਂ ਹੁੰਦੇ। ਮੇਰਾ ਖਿਆਲ ਕੋਈ 85 ਜਾਂ 90% ਸਿਚੁਏਸ਼ਨਸ ਹਨ ਹੁੰਦੇ ਆ ਤਾਂ ਉਹਨਾਂ ਕੋਲ ਲਾਇਸੈਂਸ ਦੇ ਨਾਲ ਕੋਈ ਰਿਕਾਰਡ ਨਹੀਂ ਹੁੰਦੇ, ਉਹਨਾਂ ਦਾ ਕੋਈ ਇਨਸਪੈਕਸ਼ਨ ਉਹਨਾਂ ਬਰੀਕੀਆਂ ਬਾਰੇ ਜਾਣਕਾਰੀ ਨਹੀਂ ਹੁੰਦੀ। ਪ੍ਰੋਬਲਮ ਇਹ ਹੁੰਦੀ ਆ ਉਹਦਾ ਜਿਹੜਾ ਡਰਾਈਵਰ ਦਾ ਰਿਕਾਰਡ ਨਹੀਂ ਹੁੰਦੇ, ਡਰਾਈਵਰ ਕੰਟਰੈਕਟਸ ਨਹੀਂ ਹੁੰਦੇ। ਉਹ ਜਦੋਂ ਫਿਰ ਮੈਂ ਉਹ ਕਹਿੰਦਾ ਵੀ ਆਪਾਂ ਸ਼ੁਰੂਆਤ ਕਰੀਏ ਵੀ ਮੰਗਦੇ ਪਹਿਲਾਂ ਕੀ ਆ। ਐਕਚੁਅਲੀ ਸਭ ਤੋਂ ਮੇਨ ਚੀਜ਼ ਮੰਗਦੇ ਹੁੰਦੇ ਆ, ਡਰਾਈਵਰ ਦੇ ਰਿਕਾਰਡ ਮੰਗਦੇ ਆ, ਉਹਨੂੰ ਸਾਦੇ ਡਰਾਈਵਰ ਐਨਾਲਿਸਿਸ। ਜਦੋਂ ਟਰੱਕ ਜਿਹੜਾ ਡਰਾਈਵਰ ਹੁੰਦਾ ਨਾ ਜੀ, ਡਰਾਈਵਰ ਆਪਣਾ ਕਾਰ ਡਰਾਈਵਰ ਆਪਣਾ ਟੈਕੋਗ੍ਰਾਫ ਪਾਉਂਦਾ ਜੀ, ਉਹ ਡੇਟਾ ਮੰਗਦੇ ਆ। ਓਕੇ। ਫਿਰ ਮੰਗਦੇ ਆ ਜੀ ਜਿਹੜੇ ਡਰਾਈਵਰ ਡੀਫੈਕਟਸ ਹੁੰਦਾ, ਜਦੋਂ ਟਰੱਕ ਨਾਲ ਡਰਾਈਵਰ ਚੈਕਿੰਗ ਕਰਦਾ ਚਲਾਉਣ ਦੇ ਪਹਿਲਾਂ, ਉਹਦੇ ਚਾਹੀਦੇ ਤਕਰੀਬਨ 3 ਮਹੀਨੇ ਰਿਕਾਰਡ ਚਾਹੀਦਾ, 3 ਮਹੀਨੇ ਵੀ 6 ਮਹੀਨੇ ਵੀ। ਫਿਰ ਚਾਹੀਦੇ ਜੀ ਇਨਸਪੈਕਸ਼ਨਸ, ਹਰ 6 ਹਫ਼ਤੇ ਦਾ ਜਿਹੜੇ ਟਰੱਕ ਹੁੰਦੇ ਨਾ, ਜਿਹੜੇ ਬੰਦੇ
ਜਿਹਨਾਂ ਕੋਲ ਇਹ ਕੰਮ ਉਹਨਾਂ ਨੂੰ ਪਤਾ ਹੈਗਾ ਜੀ, ਉਹ ਰਿਕਾਰਡ ਹੁੰਦੇ ਆ PMI ਸਾਦੇ ਉਹਨੂੰ ਜੀ, ਤਾਂ ਉਹ ਵੀ ਰਿਕਾਰਡ ਚਾਹੀਦੇ ਆ। ਫਿਰ ਉਹ ਮੰਗਦੇ ਡਰਾਈਵਰ ਕੰਟਰੈਕਟਸ ਤੇ ਇਹ ਬੰਦੇ ਕੋਲ ਨਹੀਂ ਹੁੰਦੇ, ਕਈ ਚੀਜ਼ਾਂ ਨਹੀਂ ਹੁੰਦੀਆਂ, ਫਿਰ ਇੱਥੋਂ ਹੋਰ ਫਸ ਜਾਂਦੇ ਆ। ਫਿਰ ਉਹਨਾਂ ਨੂੰ ਪਬਲਿਕ ਇਨਕੁਆਇਰੀ ਤੇ ਆ ਜਾਂਦੇ ਹੈਗੇ, ਫਿਰ ਉੱਥੇ ਕੋਈ 5-6 ਹਜ਼ਾਰ ਪਾਉਣ ਦਾ ਖਰਚਾ ਲੱਗਦਾ। ਅੱਛਾ, ਤੇ ਜਿਸ ਵੇਲੇ ਆ ਤੁਸੀਂ ਗੱਲਬਾਤ ਕਰ ਰਹੇ ਆ ਕਿ ਪਹਿਲਾਂ ਤਾਂ ਕੰਮ ਹੋ ਗਿਆ ਡਰਾਈਵਰ ਦਾ ਜਿਹੜਾ ਕੰਟਰੈਕਟ ਆ ਜੀ, ਇਸ ਕੰਟਰੈਕਟ ਦੇ ਵਿੱਚ ਕੀ ਕੀ ਲਿਖਿਆ ਹੋਣਾ ਚਾਹੀਦਾ ਤੇ ਇਹ ਕੰਟਰੈਕਟ ਦੇ ਵਿੱਚ ਕੀ ਕਿਉਂ ਮੰਗਦੇ ਕਿਉਂ ਆ ਕੰਟਰੈਕਟ? ਓਕੇ, ਜਿਹੜਾ ਡਰਾਈਵਰ ਹੁੰਦਾ ਨਾ ਅੱਜ ਕੱਲ੍ਹ ਆਪਣੇ ਭਾਈ ਸਾਹਿਬ ਉਹ ਜਿੰਨੇ ਵੀ ਹੈਗੇ ਨਾ ਉਹ ਤਕਰੀਬਨ ਕਾਫੀ ਸਾਰੇ ਡਰਾਈਵਰ ਨੂੰ ਇੰਪਲੋਏ ਕਰਦੇ ਆ ਐਸ ਸੈਲਫ ਇੰਪਲੋਏ ਜੀ। ਅਪ੍ਰੈਲ ਤੋਂ ਪਹਿਲੇ ਤੋਂ ਐਸਾ ਹੁਣ ਚੇਂਜ ਹੋ ਗਿਆ। ਇਹ ਵੀ ਕੁੰਡੀ ਜ਼ਰੂਰ ਖੋਲੋ ਇੱਕ ਹਾਂਜੀ ਕਿ ਇਹਦੇ ਉੱਤੇ ਗੱਲਬਾਤ ਇਹ ਚੱਲ ਰਹੀ ਆ ਜੀ ਕਿ ਭਾਈ ਜਿਹੜੇ ਸੈਲਫ ਇੰਪਲੋਇਡ ਆ ਨਾ ਜੀ ਉਹ ਵੱਡੀਆਂ ਕੰਪਨੀਆਂ ਲਈ ਬੰਦ ਹੋਏ ਆ, ਜਿਹੜੀ ਛੋਟੀ ਮੋਟੀ ਕੰਪਨੀਆਂ ਉਹਨੂੰ ਨਹੀਂ ਪੁੱਛਦੇ ਪੱਛਦੇ। ਨਹੀਂ ਇਟਸ ਡੈਫੀਨਿਟਲੀ ਰੋਂਗ। ਗਵਰਨਮੈਂਟ ਨੇ ਇਹੀ ਇਨਸੈਂਟਿਵ ਸ਼ੁਰੂ ਕੀਤਾ ਗਿਆ, ਜਦੋਂ ਵੀ ਕੋਈ ਬੰਦਾ ਰੋਕੋਗੇ ਉਹ ਪੁੱਛੋਗੇ ਤੁਹਾਡਾ ਕੰਟਰੈਕਟ ਕੀ ਆ, ਜੇ ਕੋਈ ਸੈਲਫ ਇੰਪਲੋਏ ਉਹ ਫਿਰ HMRC ਨੂੰ ਇਨਫੋਰਮ ਕਰ ਦਿੰਦੇ ਆ that ਇਹ ਤੁਸੀਂ ਇਨਵੈਸਟੀਗੇਟ ਕਰੋ। ਮਤਲਬ ਬਿਲਕੁਲ ਟੋਟਲ ਸਾਫ ਆ ਕਿ ਤੁਸੀਂ ਸੈਲਫ ਇੰਪਲੋਇਡ ਨਹੀਂ ਰੱਖ ਸਕਦੇ, ਕੋਈ ਅਮਾਉਂਟ ਦਾ ਚੱਕਰ ਨਹੀਂ ਬਿਕੋਜ਼ ਤੁਸੀਂ ਡਰਾਈਵਰ ਨੂੰ ਇੰਗੇਜ ਕਰਦੇ ਪਏ, ਨਾਟ ਕੰਪਨੀ ਨੂੰ। ਜਿਹੜਾ ਤੁਹਾਡਾ ਕੰਟਰੈਕਟ ਹੈਗਾ ਬੰਦੇ ਦੇ ਨਾਲ, ਨਾਟ ਕੰਪਨੀ ਦੇ ਨਾਲ। ਅੱਛਾ, ਕਿਉਂਕਿ ਜਿਹੜਾ ਡਰਾਈਵਰ ਜਦੋਂ ਤੁਸੀਂ ਇੰਪਲੋਏ ਕਰਦੇ ਆ ਤੁਹਾਨੂੰ ਉਹਦਾ ਡਰਾਈਵਰ ਲਾਇਸੈਂਸ ਦੀ ਇਨਫੋਰਮੇਸ਼ਨ ਚਾਹੀਦੀ ਹੈ ਜੀ, ਤੁਹਾਨੂੰ ਉਹਦਾ ਡਰਾਈਵਰ CPC ਕਾਰਡ ਚਾਹੀਦਾ ਹੈਗਾ, ਤੁਹਾਨੂੰ ਕਈ ਚੀਜ਼ਾਂ ਉਹਦੇ ਹੈਲਥ ਸਰਟੀਫਿਕੇਟ ਚਾਹੀਦੇ ਆ। ਤੁਸੀਂ ਕੰਪਨੀ ਨੂੰ ਨਹੀਂ ਇੰਪਲੋਏ ਕਰ ਸਕਦੇ ਐਜ਼ ਅ ਡਰਾਈਵਰ, ਤੁਸੀਂ ਡਰਾਈਵਰ ਨੂੰ ਇੰਪਲੋਏ ਕਰਦੇ ਆ। ਤਾਂ ਉਹ ਕੰਟਰੈਕਟ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਵਾ, ਤਾਂ ਉਹਦਾ ਜਿਹੜੀ ਤਨਖਾਹ ਕਿੰਨੀ ਆ, ਉਹ ਕਿਸ ਟਰਮ 'ਤੇ ਕੰਮ ਕਰਦਾ ਹੈਗਾ, ਤਾਂ ਇਹ ਤੁਹਾਡਾ ਕੰਟਰੈਕਟ ਹੈਗਾ। ਤਾਂ ਜਦੋਂ ਪਬਲਿਕ ਇਨਕੁਆਇਰੀ DVSA ਵੀ ਜਾਂਦੇ ਆ, ਟ੍ਰੈਫਿਕ ਕਮਿਸ਼ਨ ਵੀ ਇਹ ਪੁੱਛਦੇ ਆ ਵਾਟ ਇਜ਼ ਯੋਰ ਇੰਗੇਜਮੈਂਟ ਵਿਦ ਦ ਕੰਪਨੀ, ਤੁਸੀਂ ਨਹੀਂ ਕਹਿ ਸਕਦੇ ਸੈਲਫ ਇੰਪਲੋਏ, ਜੇ ਕਹੋਗੇ ਤੁਸੀਂ ਫਸ ਜਾਓਗੇ। ਇਹ ਤਾਂ ਮੈਂ ਯਕੀਨ ਕਰਦਾ ਸਾਰਿਆਂ ਆਪਣੇ ਭਾਈ ਬੰਦਾ ਹੋਣਾ ਹੀ ਆ। ਅੱਛਾ, ਉਹ ਤੋਂ ਅੱਗੇ ਆਪਾਂ ਚੱਲੀਏ, ਇੱਕ ਲਾਇਸੈਂਸ ਚੈੱਕ ਆ। ਯੈਸ, ਲਾਇਸੈਂਸ ਆਪਾਂ ਜਦੋਂ ਮੰਗਦੇ ਆ ਉਹ ਜੀ, ਇਹ ਲਾਇਸੈਂਸ ਚੈੱਕ ਹੈ ਜਿਹੜਾ ਆਪਰੇਟਰ ਨੂੰ ਕਿੰਨੇ ਚਿਰ ਦੇ ਵਿੱਚ ਕਰਾਉਣਾ ਚਾਹੀਦਾ ਤੇ ਕਿੰਨੇ ਚਿਰ ਵਕਫੇ ਬਾਅਦ ਲਗਾਤਾਰ ਹੋਣਾ ਚਾਹੀਦਾ ਲਾਇਸੈਂਸ ਚੈੱਕ ਹੈ ਜਿਹੜਾ? ਓਕੇ, ਜਿਹੜਾ ਲਾਇਸੈਂਸ ਚੈੱਕ ਹੁੰਦਾ ਨਾ ਉਹ ਪਹਿਲਾਂ ਸੀ 6 ਮਹੀਨੇ, ਹੁਣ ਅੱਗੇ 3 ਮੰਥ, ਐਵਰੀ 3 ਮੰਥ ਮੈਂਡੇਟਰੀ ਹੋਣਾ ਚਾਹੀਦਾ ਤੁਹਾਡਾ ਲਾਇਸੈਂਸ। ਹਰ ਬੰਦੇ ਦਾ ਚੈਕਿੰਗ ਕਰਨੀ ਆ, ਉਹਦਾ ਡਰਾਈਵਰ ਕਾਰਡ ਐਂਡ ਡਰਾਈਵਰ ਲਾਇਸੈਂਸ ਇੰਟਾਈਟਲਮੈਂਟ। ਅੱਛਾ, ਕਈ ਬੰਦੇ ਗੱਡੀ ਬਹਿ ਜਾਂਦੇ ਆ ਕਲਾਸ 1 ਟਰੱਕ 'ਚ ਤੇ ਉਹਦਾ ਜਿਹੜਾ ਲਾਇਸੈਂਸ ਕਲਾਸ 2 ਦਾ ਹੈਗਾ, ਤਾਂ ਜੇ ਜਾਂ ਪੁਆਇੰਟ ਜ਼ਿਆਦਾ ਆ ਤੁਸੀਂ ਇੰਸ਼ੋਰੈਂਸ ਨੂੰ ਦੱਸਿਆ ਨਹੀਂ, ਉਹ ਬਹੁਤ ਪ੍ਰੋਬਲਮ ਪੈ ਜਾਂਦੀ। ਇੰਸ਼ੋਰੈਂਸ ਕੰਪਨੀ ਵੀ ਵੈਲੀਡੇਟ ਕਰ ਦੂਗੀ ਤੁਹਾਡੀ ਇੰਸ਼ੋਰੈਂਸ ਕਲੇਮ ਜੇ ਪੈ ਜਾਵੇ। ਓਕੇ, ਐਂਡ ਜੇ ਤੁਹਾਨੂੰ ਆਪਣੇ DVSA ਨੇ ਰੋਕ ਲਿਆ ਤੇ ਉਹਨੇ ਚੈਕਿੰਗ ਕੀਤੀ, ਡਰਾਈਵਰ ਦਾ ਆਪਣੇ ਲਾਇਸੈਂਸ ਐਕਸਪਾਇਰ ਹੋ ਗਿਆ, ਜੇ ਉਹ ਡਰਾਈਵਰ CPC ਕਾਰਡ ਐਕਸਪਾਇਰ ਹੋ ਗਿਆ ਜੀ, ਇਜ਼ ਅ ਵੈਰੀ ਸੀਰੀਅਸ ਪ੍ਰੋਬਲਮ ਜੀ। ਸੋ ਮੈਂ ਆਪਣੇ ਟਰਾਂਸਪੋਰਟਰ ਭਾਈਚਾਰੇ ਜਿਹੜੇ ਲੋਕ ਆ ਜਿਹੜੇ ਸਾਰੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਪ੍ਰੋਗਰਾਮ ਕਰਨੇ ਦਾ ਮਕਸਦ ਹੀ ਇਹ ਆ ਕਿ ਕੱਲੇ ਬੰਦੇ ਨੂੰ ਆਪਾਂ ਪੂਰੀ ਇੰਗਲੈਂਡ ਦੇ ਵਿੱਚ ਖਾਸ ਕਰਕੇ UK ਦੇ ਵਿੱਚ ਜਿਹੜੇ ਇੱਥੇ ਆ ਕਿ 3 ਮਹੀਨੇ ਦੇ ਬਾਅਦ ਹਰ ਇੱਕ ਡਰਾਈਵਰ ਦਾ ਲਾਇਸੈਂਸ ਚੈੱਕ ਹੋ ਕੇ ਉਹਦੀ ਰਿਪੋਰਟ ਹੈ ਜਿਹੜੀ ਉਹ ਤੁਹਾਨੂੰ ਆਪਣੀ ਫਾਈਲ ਵਿੱਚ ਰੱਖੀ ਹੋਣੀ ਚਾਹੀਦੀ ਹੈ। ਜਦੋਂ ਤੁਹਾਨੂੰ ਪੇਪਰ ਮੰਗਦੇ ਤਾਂ ਉਹ ਇਹ ਮੰਗਦੇ ਆ। ਐਕਚੁਅਲੀ ਮੈਂ ਇੱਕ ਸੈਂਪਲ ਲੈ ਕੇ ਆਇਆ ਹੈਗਾ। ਹਾਂ, ਉਹ ਜ਼ਰੂਰ ਦਿਖਾਓ। ਜਦੋਂ ਆਪਣੇ ਟਰੱਕ ਉਹ ਰੋਕਦੇ ਆ ਨਾ, ਉਹ ਤੁਹਾਨੂੰ ਰੋਕਦੇ ਨਹੀਂ, ਜਦੋਂ ਸੱਦ ਲੈਂਦੇ ਆ, ਜੋ ਸੱਦਦੇ ਉਹ ਤੁਹਾਨੂੰ ਇੱਕ ਫਾਰਮ ਫਿਲ ਕਰਾਉਂਦੇ ਹੈਗੇ। ਉਹ ਇੰਜ ਦਾ ਡਾਕੂਮੈਂਟ ਹੈਗਾ ਵਾ ਜੀ, ਉਹਨੂੰ ਸੱਦਿਆ ਡਰਾਈਵਰ ਵਹੀਕਲ ਸਰਵਿਸ ਏਜੰਸੀ ਦਾ ਡਾਕੂਮੈਂਟ ਹੈਗਾ, ਉਹ ਸਾਰੇ ਸਵਾਲ ਹੁੰਦੇ ਆ। ਹਾਂ, ਜਿੰਨੇ ਇਹਨਾਂ ਦਾ ਮੇਨ ਪੁਆਇੰਟ ਪੜੋ। ਓਕੇ, ਜੇ ਤੁਸੀਂ ਨੰਬਰ ਜ਼ਿਆਦਾ ਇੱਥੇ ਚੁੱਕੋ ਨਾ, ਇਹਦਾ ਮਤਲਬ ਤੁਹਾਡਾ ਕੰਮ ਗਲਤ ਆ। ਇਦਾਂ ਨਹੀਂ ਵੀ 100 ਚੋਂ 33 ਲੈ ਲੈ ਤੁਸੀਂ ਪਾਸ ਆ। ਨਹੀਂ 100 ਚੋਂ ਥੱਲੇ ਆਉਣੇ ਚਾਹੀਦੇ ਆ। ਹਾਂ ਜੀ, 100 ਨਹੀਂ, ਇਹ ਤੋਂ 11 ਪੁਆਇੰਟ। ਹਾਂ, 0 ਐਕਸਲੈਂਟ, 3 ਨਾਨ ਕੰਪਲਾਇੰਟ। ਹਾਂ, ਤੇ ਇਹ ਜਾਂ ਤੁਹਾਨੂੰ ਦੱਸ ਦਿੰਦਾ ਕੀ ਸਵਾਲ ਪੁੱਛਦੇ ਆ। ਸਵਾਲ ਕੀ ਪੁੱਛਦੇ ਇਹ ਜ਼ਰੂਰ ਸੁਣ ਲਓ ਜੀ, ਜਿਹੜੇ ਆਪਣੇ ਟਰਾਂਸਪੋਰਟਰ ਭਾਈ ਆ, ਕਿ ਜਦੋਂ ਉਹ ਇਨਕੁਆਇਰੀ ਦੇ ਲਈ ਤੁਹਾਨੂੰ ਸਾਦੇ ਆ, ਤੁਹਾਡੇ ਕੋਲ ਕੀ ਹੋਣਾ ਚਾਹੀਦਾ। ਇਹ ਬਹੁਤ ਜ਼ਰੂਰੀ ਜਿਹੜੀ ਆ। ਜਿਹੜੇ ਕੋਲ ਵੀ ਇਹ ਸਾਰਾ ਕੁਝ ਨਹੀਂ ਹੈਗਾ, ਜ਼ਰੂਰ ਆਪਣਾ ਜਿਹੜਾ ਸਿਸਟਮ ਆ ਹੁਣ ਤੋਂ ਪਿੱਛੇ ਜੋ ਹੋ ਗਿਆ ਠੀਕ ਆ, ਗਾਂ ਤੋਂ ਜਿਹੜਾ ਉਹਨੂੰ ਸਹੀ ਕਰੋ। ਇਸੇ ਕਰਕੇ ਚਾਰਲੀ ਅਹਿਮਦ ਹੋਣਾ ਦੀ ਆਪਾਂ ਉਹਨਾਂ ਨੂੰ ਅੱਜ ਇੱਥੇ ਜਿਹੜਾ ਇਨਵਾਈਟ ਕੀਤਾ, ਸੱਦਿਆ।
हाँ जी एक्चुअली मोस्टली ਜਦੋਂ ਇਹ ਫਾਰਮ ਫਿਲ ਕਰਦੇ ਨਾ ਕਾਫੀ ਸਾਰੀ ਕੰਪਨੀ ਫੇਲ ਹੋ ਜਾਂਦੀਆਂ ਬਿਕੋਜ਼ ਉਹਨਾਂ ਦਾ 90% ਮੈਂ ਕਹਿ ਸਕਦਾ ਤੁਹਾਨੂੰ ਧੱਕਾ ਹੀ ਚੱਲਦਾ ਉਹਦਾ ਕੋਈ ਸਿਸਟਮ ਨਹੀਂ ਹੈਗਾ ਉਹ ਪਹਿਲਾਂ ਪੁੱਛਦੇ ਨਾਂ ਪਤਾ ਐਡਰੈਸ ਲਾਇਸੈਂਸ ਨੰਬਰ ਕਿੰਨੇ ਟਰੱਕ ਤੁਸੀਂ ਚਲਾਉਂਦੇ ਹੈਗੇ ਆ ਫਿਰ ਉਹਦੇ ਵਿੱਚ ਲਿਖਦੇ ਹੈਗੇ ਕੌਣ ਇੰਟਰਵਿਊ ਹੋ ਰਿਹਾ ਤਾਂ ਫਿਰ ਲਿਖਦੇ ਟਰਾਂਸਪੋਰਟ ਮੈਨੇਜਰ ਕੌਣ ਹੈਗਾ ਵਾ ਤਾਂ ਟਰਾਂਸਪੋਰਟ ਮੈਨੇਜਰ ਦੀ ਪੋਜੀਸ਼ਨ ਸਹੀ ਆ ਉਹ ਸਹੀ ਤਰ੍ਹਾਂ ਕੰਮ ਕਰਦੇ ਹੈਗੇ ਆ ਉਹ ਕਿੰਨੇ ਘੰਟੇ ਕੰਮ ਕਰਦਾ ਆਪਣੇ ਲਾਇਸੈਂਸ ਤੇ ਤੁਸੀਂ ਸਿਰਫ ਨਾਂ ਦਿਖਾ ਸਕਦੇ ਟਰਾਂਸਪੋਰਟ ਮੈਨੇਜਰ ਉਹ ਕਿੰਨੀ ਘੰਟੇ ਉਹਦੀ ਡਿਊਟੀ ਹੈਗੀ ਆ ਤੇ ਟਰਾਂਸਪੋਰਟ ਮੈਨੇਜਰ ਹੈ ਜਿਹੜਾ ਉਹ ਕਿੰਨੇ ਦਿਨਾਂ ਬਾਅਦ ਉਹਨੂੰ ਗੇੜਾ ਮਾਰਨਾ ਹੋਣਾ ਚਾਹੀਦਾ ਡਿਪੈਂਡਿੰਗ ਔਨ ਦ ਜਿੰਨੀਆਂ ਆਪਣੇ ਟਰੱਕਸ ਕਿੰਨੇ ਹੈਗੇ ਜੇ ਇੱਕ ਟਰੱਕ ਹੋਵੇ ਘੱਟ ਤੋਂ ਘੱਟ 3 ਘੰਟੇ ਜੇ ਤੁਹਾਡੇ ਕੋਲ ਵੀਕ ਦੇ ਜਾਂ ਮਹੀਨੇ ਦੇ ਨਹੀਂ ਵੀਕ ਦੇ ਅੱਛਾ ਵੀਕ ਦੇ ਐਵਰੇਜ ਤੁਹਾਨੂੰ ਖੁਦ ਹਾਜ਼ਰ ਹੋਣਾ ਚਾਹੀਦਾ ਯੈਸ ਸਾਲ ਦੇ ਨਹੀਂ ਵੀਕ ਦੇ ਕਹਿ ਰਹੇ ਹੋ 3 ਵੀਕ ਦੇ ਜੇ 10 ਟਰੱਕ ਹੈ ਫਿਰ ਤੁਹਾਨੂੰ ਤਕਰੀਬਨ 8-9 ਘੰਟੇ ਚਾਹੀਦੇ ਐਵਰੀ ਵੀਕ ਜੀ ਐਵਰੀ ਵੀਕ ਯੈਸ ਐਂਡ ਤੁਹਾਨੂੰ ਹਰ ਚੀਜ਼ ਚੈਕਿੰਗ ਕਰਨੀ ਹੁੰਦੀ ਆ ਜਿਹੜੀ ਚੈਕਿੰਗ ਦੀ ਲਿਸਟ ਵੀ ਕਾਫੀ ਲੰਮੀ ਹੈਗੀ ਆ ਤਾਂ ਮੈਂ ਜਦੋਂ ਅਸੀਂ ਆਪਾਂ ਉਧਰ ਮੈਂ ਬਾਅਦ ਚਲਾਂਗੇ ਪਹਿਲਾਂ ਨਵੇੜੀਏ ਆਪਾਂ ਓਕੇ ਤਾਂ ਇਹਦੇ ਵਿੱਚ ਜਿਹੜੀ ਮੇਨ ਜਿਹੜੇ ਪੁਆਇੰਟਸ ਹੈ ਨਾ ਹਾਂ ਜਿੱਥੇ ਜਾ ਕੇ ਘਟਦੇ ਆ ਓਕੇ ਇੱਥੇ ਇਹ ਸਵਾਲ ਪੁੱਛਦੇ ਜੀ ਤੁਸੀਂ ਦੋ ਜਵਾਬ ਦੇ ਸਕਦੇ ਯੈਸ অর ਨੋ ਯੈਸ ਉਹ ਪੁੱਛਦੇ ਆ ਇਜ਼ ਡਰਾਈਵਰ ਟ੍ਰੇਨਿੰਗ ਪ੍ਰੋਵਾਈਡਡ which is appropriate to the business ਜਿਹੜਾ ਤੁਸੀਂ ਆਪਣੇ ਡਰਾਈਵਰ ਨੂੰ ਟ੍ਰੇਨਿੰਗ ਦਿੰਦੇ ਆ ਜੋ ਕੰਮ ਦੇ ਹਿਸਾਬ ਦੇ ਨਾਲ ਲੋਡਿੰਗ ਜੇ ਡਰਾਈਵਿੰਗ ਜੋ ਵੀ ਉਹਦੀ ਟ੍ਰੇਨਿੰਗ ਮੈਂ ਡਰਾਈਵਰ ਸੀਪੀਸੀ ਦੀ ਗੱਲ ਨਹੀਂ ਕਰ ਰਿਹਾ ਐਕਚੁਅਲੀ ਟ੍ਰੇਨਿੰਗ within that year ਤੁਸੀਂ ਜੇ ਕਹੋਗੇ ਯੈਸ ਉਹ ਸਬੂਤ ਮੰਗਦੇ ਆ in the form of documentation ਇਹ ਨਹੀਂ ਵੀ ਹਾਂ ਇਹ ਤਾਂ ਟ੍ਰੇਨਿੰਗ ਰੋਜ਼ ਕਰੀਦੀ ਆ ਉਹ ਕਹਿੰਦੇ ਕਿ ਪੇਪਰ ਕਿੱਥੇ ਆ ਉਹ ਦਿਖਾਓ ਪਹਿਲਾਂ ਕਿੱਥੇ ਆ ਤੁਸੀਂ ਇਹ ਨਹੀਂ ਕਹਿੰਦੇ ਕਿੱਥੇ ਆ ਹਾਂ ਉਹ ਉਸ ਦਿਨ ਦੀ ਡੇਟ ਪਾ ਕੇ ਜਿਹੜੀ ਟ੍ਰੇਨਿੰਗ ਦੇਣੀ ਹੈ ਡਰਾਈਵਰ ਨੂੰ ਉਸ ਦਿਨ ਦੀ ਡੇਟ ਪਾ ਕੇ ਉਹਨਾਂ ਡਰਾਈਵਰਾਂ ਦੇ ਸਾਈਨ ਹੋਣੇ ਚਾਹੀਦੇ ਆ ਕਿ ਭਾਈ ਅਸੀਂ ਆਹ ਟ੍ਰੇਨਿੰਗ ਡਰਾਈਵਰ ਨੂੰ ਦਿੱਤੀ ਆ ਜਿਹੜੀ ਕਿ ਟਰਾਂਸਪੋਰਟਰ ਆਪਣੇ ਜਿਹੜੇ ਆ ਉਹ ਤਕਰੀਬਨ ਵਾਹਵਾ ਦਿੰਦੇ ਆ ਆਪਾਂ ਹਰ ਤਕਰੀਬਨ ਮਹੀਨੇ ਬਾਅਦ ਹੀ ਦੇ ਦਿੰਦੀ ਆ ਜੀ ਅੱਛਾ ਦੂਸਰੀ ਚੀਜ਼ ਹੈ ਉਹ ਪੁੱਛਦੇ ਆ ਤੁਸੀਂ ਕਿਸ ਤਰੀਕੇ ਨਾਲ ਮੋਨੀਟਰ ਕਰਦੇ ਹੋ ਡਰਾਈਵਰ ਸੀਪੀਸੀ ਤਾਂ ਉਹ ਕਈ ਬੰਦੇ ਕੋ ਇਹ ਜਵਾਬ ਨਹੀਂ ਦੇ ਹੁੰਦਾ ਬਿਕੋਜ਼ ਉਹਨੂੰ ਖੁਦ ਨਹੀਂ ਪਤਾ ਹੈਗਾ ਡਰਾਈਵਰ ਦੇ ਸੀਪੀਸੀ ਕਦੋਂ ਐਕਸਪਾਇਰ ਹੈਗਾ ਤੁਹਾਨੂੰ ਰਿਕਾਰਡ ਚਾਹੀਦਾ ਤੁਸੀਂ ਮੋਨੀਟਰ ਕਰ ਸਕਦੇ ਹੋ ਡਰਾਈਵਰ ਸੀਪੀਸੀ ਕਦੋਂ ਐਕਸਪਾਇਰ ਹੁੰਦੇ ਪਏ ਆ ਤੇ ਕਦੋਂ ਰੀਨਿਊ ਹੋਣੇ ਹੈਗੇ ਆ ਜੇ ਡਰਾਈਵਰ ਚਲਾ ਰਿਹਾ ਟਰੱਕ ਵਿਦਆਊਟ ਸੀਪੀਸੀ ਇਹ ਕਾਫੀ ਸੀਰੀਅਸ ਮੈਟਰ ਹੈਗਾ ਅੱਛਾ ਤੁਹਾਨੂੰ ਰਿਪੋਰਟ ਡੈਫੀਨਿਟਲੀ ਹੋ ਜਾਊਗਾ ਟੂ ਦ ਟ੍ਰੈਫਿਕ ਕਮਿਸ਼ਨਰ ਚਾਰਲੀ ਜੀ ਇਹ ਜਿਹੜਾ ਆ ਇਹ ਤਾਂ ਫੇ ਉਹਦੇ ਵਿੱਚ ਹੀ ਆ ਗਿਆ ਨਾ ਕਿ 3 ਮਹੀਨੇ ਵਾਲਾ ਸਿਸਟਮ ਆ ਜਿਹੜਾ ਨਹੀਂ ਪਰ ਕਈ ਲੋਕ ਕਹਿੰਦੇ ਡਰਾਈਵਰ ਜਿਹੜਾ ਲਾਇਸੈਂਸ ਹੈ ਨਾ ਉਹ ਬਸ ਖੁਦ ਚੈੱਕ ਕਰ ਲੈਂਦੇ ਆ ਤਸਵੀਰਾਂ ਖਿੱਚ ਕੇ ਡੇਟ ਪਾ ਲੈਂਦੇ ਆ ਨਹੀਂ ਵੀ ਉਹ ਚ ਡਰਾਈਵਰ ਸੀਪੀਸੀ ਨਹੀਂ ਹੁੰਦਾ ਜੇ ਤੁਸੀਂ ਆਨਲਾਈਨ ਆ ਜਾਓ ਨਾ ਇਹ ਸਭ ਕੁਝ ਸ਼ਾਮਲ ਆ ਸਹੀ ਆ ਓਕੇ ਜਿਹੜੀ ਤੀਸਰੀ ਚੀਜ਼ ਪੁੱਛਦੇ ਆ ਉਹ ਪੁੱਛਦੇ ਆ ਡਰਾਈਵਰ ਨੂੰ ਕੋਈ ਆਈਡੀਆ ਹੈਗਾ ਲੋਡਿੰਗ ਟੈਕਨੀਕਸ ਉਹ ਕਈ ਬੰਦੇ ਚਲਾਉਂਦੇ ਆ ਕੰਟੇਨਰਸ ਉਹ ਫਿਰ ਮੈਂ ਇਹ ਵੀ ਦੇਖਿਆ ਤਸਵੀਰਾਂ ਵੀ ਦੇਖੀਆਂ ਜਦੋਂ ਐਕਚੁਅਲੀ ਮੈਨੂੰ ਰੀਸੈਂਟਲੀ ਐਨੀ ਹੋਇਆ ਸੀ ਕਿ ਉਹ ਕੰਟੇਨਰ ਕਿਸੇ ਨੇ ਲੋਡਿੰਗ ਕੀਤੀ ਆ ਤਾਂ ਉਹਨੇ ਸਹੀ ਤਰ੍ਹਾਂ ਲੌਕ ਨਹੀਂ ਕੀਤਾ ਉਹ ਟਰੱਕ ਅੱਗੇ ਚੱਲ ਗਿਆ ਤਾਂ ਕੰਟੇਨਰ ਖੱਬੇ ਪਾਸੇ ਤੇ ਟਰੱਕ ਸੱਜੇ ਪਾਸੇ ਤਾਂ ਇਹ ਉਹ ਵੀ ਟ੍ਰੇਨਿੰਗ ਦੀ ਸਰਟੀਫਿਕੇਟ ਚਾਹੀਦੇ ਕਾਗਜ਼ ਚਾਹੀਦੇ ਹੁੰਦੇ ਕਾਗਜ਼ ਚਾਹੀਦੇ ਅੱਛਾ ਫਿਰ ਪੁੱਛਦੇ ਹੈਗੇ ਆ ਡਰਾਈਵਰ ਲਾਇਸੈਂਸ ਚੈੱਕ ਕਿੰਨੀ ਵਾਰ ਚੈੱਕ ਕਰਦੇ ਆ ਤਾਂ ਤੁਹਾਨੂੰ ਪੁੱਛਦੇ ਆ ਤੁਹਾਨੂੰ ਨਹੀਂ ਪੁੱਛੂਗੇ ਕਿਦੋਂ ਉਹਨੇ ਚਾਹੀਦੇ ਉਹ ਪੁੱਛਦੇ ਤੁਸੀਂ ਕਿਦੋਂ ਚੈੱਕ ਕਰਦੇ ਆ 3 ਮਹੀਨੇ 6 ਮਹੀਨੇ ਉਹ ਜੋ ਤੁਸੀਂ ਜਵਾਬ ਦੋਗੇ ਉਹਨੂੰ ਉਹੀ ਲਿਖਣਾ ਹੈਗਾ ਫਿਰ ਚੈੱਕ ਕਰਦੇ ਜਿਹੜੇ ਬੰਦੇ ਕੋਚ ਚਲਾਉਂਦੇ ਆ ਬੱਸ ਚਲਾਉਂਦੇ ਆ that ਤੁਹਾਡੇ ਕੋਲ ਕੋਈ ਕ੍ਰਿਮੀਨਲ ਰਿਕਾਰਡ ਕੋਈ ਹੈਗਾ ਇਹ ਬੜਾ ਇੰਪੋਰਟੈਂਟ ਹੈਗਾ ਜੇ ਤੁਸੀਂ ਲਾਇਸੈਂਸ ਦੇ ਬਾਵਜੂਦ ਤੁਹਾਨੂੰ ਕੋਈ ਕ੍ਰਿਮੀਨਲ ਕਨਵਿਕਸ਼ਨ ਹੋ ਜਾਵੇ ਨਾ ਤੁਹਾਨੂੰ ਵਿਦਿਨ 28 ਡੇਜ਼ ਟ੍ਰੈਫਿਕ ਕਮਿਸ਼ਨਰ ਨੂੰ ਇਤਲਾਹ ਦੇਣੀ ਹੁੰਦੀ ਆ ਅੱਛਾ ਜੇ ਤੁਸੀਂ ਨਾ ਦੱਸੋ ਨਾ ਤਾਂ ਉਹਨਾਂ ਦੇ ਰਿਕਾਰਡ ਆ ਗਿਆ ਤੁਸੀਂ ਫਸ ਜਾਓਗੇ ਠੀਕ ਆ ਇਸ ਤੋਂ ਅੱਗੇ ਅੱਛਾ ਫਿਰ ਤੀਸਰੀ ਚੀਜ਼ ਆ ਉਹ ਪੁੱਛਦੇ ਜਿਹੜੇ ਤੁਹਾਡੀ ਜਰਨੀਜ਼ ਆ ਜਿਹੜਾ ਤੁਸੀਂ ਟਰੱਕ ਦੀ ਪਲੈਨਿੰਗ ਕਰਦੇ ਆ ਡਰਾਈਵਰ ਦੇ ਪਲੈਨਿੰਗ ਜਦੋਂ ਕੋਈ ਜਰਨੀ ਜਾਵੇ ਬਰਮਿੰਗਮ ਮਤਲਬ ਡਰਾਈਵਰ ਕੱਲ ਨੂੰ ਸਾਊਥਹੈਂਪਟਨ ਚੱਲਾ ਜਾਂ ਕਿਤੇ ਚੱਲਾ ਉਹਦੀ ਪਲੈਨਿੰਗ ਆ ਜਿਹੜੀ ਉਹ ਕੌਣ ਕਰਦਾ ਅੱਛਾ ਦੂਸਰੀ ਚੀਜ਼ ਉਹ ਇਹ ਪੁੱਛਦੇ ਆ ਇਹ ਕੌਣ ਚੈੱਕ ਕਰਦਾ ਇਹਨਾਂ ਦੇ ਰਿਕਾਰਡ ਜਦੋਂ ਡਰਾਈਵਰ ਦਾ ਰਿਕਾਰਡ ਹੁੰਦਾ ਉਹਨਾਂ ਦੇ ਡਰਾਈਵਰ ਐਨਾਲਿਸਿਸ ਉਹ ਕੌਣ ਚੈਕਿੰਗ ਕਰਦਾ ਹੈਗਾ ਉਹ ਬੰਦਾ ਕਹੇਗਾ ਉਹ ਜਵਾਬ ਵੀ ਦੇ ਸਕਦਾ ਜੇ ਕਹੋਗਾ ਮੇਰੀ ਵਾਈਫ ਜੋ ਮੇਰਾ ਟਰਾਂਸਪੋਰਟ ਮੈਨੇਜਰ ਉਹ ਕਹਿੰਦਾ ਸਬੂਤ ਦਿਖਾਓ ਫਿਰ ਜਦੋਂ ਡਰਾਈਵਰ ਦੀ ਇਨਫ੍ਰਿੰਜਮੈਂਟ ਹੁੰਦੇ ਨਾ ਉਹਨਾਂ ਕੋਲ ਕੋਈ ਰਿਕਾਰਡ ਹੀ ਹੈ ਨਹੀਂ ਇੱਥੇ ਮੈਂ ਗੱਲ ਜ਼ਰੂਰ ਦੱਸਣੀ ਚਾਹੁੰਦਾ ਆਪਣੇ ਟਰਾਂਸਪੋਰਟਰ ਵੀਰਾਂ ਨੂੰ ਇਨਫ੍ਰਿੰਜਮੈਂਟਸ ਹੈ ਨਾ ਜਿਹੜੀ ਉਹ ਵਿਦਿਨ 40 ਡੇਜ਼ ਨਹੀਂ 42 ਡੇਜ਼ ਤੁਹਾਨੂੰ ਕੱਢ ਕੇ ਉਹਦੇ ਉੱਤੇ ਡਰਾਈਵਰ ਦੀ ਕੋਈ ਇਨਫ੍ਰਿੰਜਮੈਂਟ ਆਈ ਹੈ ਜਿਹਦੇ ਵਿੱਚ
ਡਰਾਈਵਰ ਦੇ ਕੋਈ ਘੰਟੇ ਉੱਪਰ ਚਲੇ ਗਏ ਆ ਜਾਂ 6 ਘੰਟਿਆਂ ਤੋਂ ਉੱਪਰ, Not so. ਉਹ ਕੋਈ ਪ੍ਰੋਬਲਮ ਨਹੀਂ ਉਹ, ਪਰ ਉਹ ਡਰਾਈਵਰ ਦੇ ਸਾਈਨ ਹੋਣੇ ਬੜੇ ਜ਼ਰੂਰੀ ਆ। ਜੇ ਉਹਦੇ ਤੇ ਰੀਜ਼ਨ ਲਿਖ ਸਕਦੇ ਉਹ ਵੀ ਲਿਖ ਕੇ, ਕਿਉਂਕਿ ਜੇ ਤੁਸੀਂ ਕਹੋ ਕਿ ਕੋਈ ਨਹੀਂ ਜਦੋਂ ਸਾਤੋਂ ਮੰਗਿਆ ਉਦੋਂ ਕੱਢਾਂਗੇ, ਪਰ ਉਹਦੇ ਉੱਤੇ ਉਸ ਵੇਲੇ ਜਿਹੜੇ ਬਹੁਤ ਸਾਰੇ ਸੌਫਟਵੇਅਰ ਇਦਾਂ ਦੇ ਆ ਉੱਤੇ ਡੇਟ ਆਉਣੀ ਆ, ਡੇਟ ਆ ਜਾਂਦੀ ਹੈ, ਉਹਦੇ ਉੱਤੇ ਡੇਟ ਆਉਣੀ ਆ ਕਿ ਤੁਹਾਡੇ ਕੋਲ ਮੰਗਿਆ 15 ਤਰੀਕ ਨੂੰ ਆ ਸਮਾਨ ਤੇ ਤੁਸੀਂ 18 ਤਰੀਕ ਨੂੰ ਧੜਾ ਪੇਪਰ ਪਾ ਕੇ ਤੇ ਕੱਢ ਰਹੇ ਆ ਸਾਰਾ ਕੁਝ, ਉਹ ਸਾਰਾ ਕੁਝ ਰਿਕਾਰਡ ਦੇ ਉੱਤੇ ਆ ਜਾਣਾ। ਐਕਚੁਅਲੀ ਮੈਂ ਇਹ ਵੀ ਦੇਖਿਆ ਹੈਗਾ ਵਾ ਕਿ ਬੰਦੇ ਨੇ ਬੈਕ ਡੇਟ ਕੀਤਾ ਹੈਗਾ ਇਨਫ੍ਰਿੰਜਮੈਂਟ ਰਿਪੋਰਟ, ਹਾਂ, ਐਂਡ ਜਿਹੜੇ ਪ੍ਰਿੰਟ ਕੀਤਾ 10 ਦਿਨ ਬਾਅਦ। ਅੱਛਾ, ਇਹ ਨਹੀਂ ਤਾਂ ਇਹ ਫਰੋਡ ਹੋ ਜਾਂਦਾ। ਹਾਂ, ਇੱਕ ਗੱਲ ਹੋਰ, ਜੇ ਜਿਹੜੇ ਟਰਾਂਸਪੋਰਟ ਐਗਜ਼ਾਮੀਨਰ ਹੈ ਜਿੱਥੋਂ ਆਪਾਂ ਜਾਂਦੇ ਆ, ਤੁਹਾਨੂੰ ਲੱਗਦਾ ਕਿ ਉਹ ਜਿਹੜੇ ਆ ਉਹ ਰੋਜ਼ ਦਾ ਕੰਮ ਹੀ ਉਹਨਾਂ ਦਾ ਇਹ ਆ? ਉਹਨਾਂ ਤੋਂ ਝੂਠ ਬੋਲ ਕੇ ਫਸਣ ਵਾਲੀ ਗੱਲ ਹੈ? ਨਹੀਂ, ਡੈਫੀਨਿਟਲੀ ਮੈਂ ਤੁਹਾਨੂੰ ਡੈਫੀਨਿਟਲੀ ਇਨਕਰੇਜ ਕਰੂੰਗਾ, ਡੂ ਨਾਟ ਲਾਈ। ਤੁਸੀਂ ਝੂਠ ਨਾ ਬੋਲੋ, ਉਹ ਤੁਹਾਨੂੰ ਸਾਥ ਦੋਗੇ, ਤੁਹਾਨੂੰ ਸਪੋਰਟ ਕਰੋਗੇ। ਹਾਂ, ਪਰ ਜੇ ਪਤਾ ਲੱਗ ਕੇ ਝੂਠ ਬੋਲਦੇ ਆ ਤਾਂ ਦੈਟਸ ਇਟ, ਉਹ ਤੁਹਾਡੇ ਕੇਸ ਅਗੇਂਸਟ ਬਿਲਕੁਲ ਕਰ ਦੋਗੇ, ਇਹ ਬੰਦਾ ਬਿਲਕੁਲ ਟਰਸਟ ਨਹੀਂ ਕਰ ਸਕਦੇ ਅਸੀਂ। ਅੱਛਾ, ਜਿਹੜੀ ਤੁਸੀਂ ਟ੍ਰੈਫਿਕ ਕਮਿਸ਼ਨ ਦੇ ਹਵਾਲੇ ਆ ਜਾਓ ਨਾ, ਦ ਹੋਲ ਥਿੰਗ ਇਜ਼ ਟਰਸਟ। ਜੇ ਟਰਸਟ ਟੁੱਟ ਗਿਆ, ਲਾਇਸੈਂਸ ਚਲ ਗਿਆ, ਫਿਰ ਤੁਹਾਡੀ ਆਮਦਨੀ ਚਲ ਗਈ, ਫਿਰ ਸਭ ਕੁਝ ਚਲ ਗਿਆ, ਫਿਰ ਬੜੇ ਨੁਕਸਾਨ ਹੁੰਦੇ ਹੈ। ਅੱਗੇ ਅੱਛਾ, ਇੱਕ ਛੋਟੀ ਜਿਹੀ ਗੱਲ ਹੁੰਦੀ ਆ ਜੀ, ਇਹ ਬੜੀ ਮਾਮੂਲੀ, ਤੁਸੀਂ ਕਹਿ ਸਕਦੇ ਯਾਰ ਇਹ ਕੋਈ ਇੰਨੀ ਵੱਡੀ ਗੱਲ ਕੀ ਹੈ। ਉਹ ਤੁਹਾਨੂੰ ਸਵਾਲ ਪੁੱਛੋਗੇ ਤੁਸੀਂ ਡਰਾਈਵਰ ਨੂੰ ਕਿੰਨੇ ਪ੍ਰਿੰਟਡ ਰੋਲ ਦਿੰਦੇ ਆ? ਕੋਈ ਕਹੂਗਾ ਜੀ 1, ਕੋਈ ਕਹੂਗਾ ਨਹੀਂ, ਕੋਈ ਮੇਰੇ ਕੋਲ ਨਹੀਂ ਦਿੰਦੇ। ਤੁਹਾਡੇ ਘੱਟ ਤੋਂ ਘੱਟ ਹੋਣੇ ਚਾਹੀਦੇ 3 ਰੋਲ। ਇਹ ਜਵਾਬ ਦੇਣਾ ਚਾਹੀਦਾ। ਇਹ ਫਾਰਮ ਹੈਗਾ ਜਿਹੜਾ ਇਹਨਾਂ ਨੇ ਯੂਜ਼ ਕਰਨਾ ਐਜ਼ ਐਵੀਡੈਂਸ, ਜੋ ਤੁਸੀਂ ਕਹਿੰਦੇ ਪਏ ਨਾ, ਇਹ ਉਹਨਾਂ ਦਾ ਸਬੂਤ ਹੋ ਗਿਆ ਤਾਂ ਤੁਸੀਂ ਕੀ ਕਹਿੰਦੇ ਪਏ ਆ। ਇਹ ਤਕਰੀਬਨ ਟਰਾਂਸਪੋਰਟਰਾਂ ਨੂੰ ਪਤਾ, ਇਹ ਰੱਖਦੇ ਆ ਸਾਰੇ। ਮੈਂ ਤੁਹਾਨੂੰ ਦੱਸਿਆ, ਮੈਂ ਕਾਫੀ ਲੋਕਾਂ ਨੂੰ ਤੁਹਾਡਾ ਤਾਂ ਜ਼ਿਆਦਾ ਐਕਸਪੀਰੀਅੰਸ ਹੈ ਵੈਸੇ, ਨਹੀਂ ਪਤਾ ਹੋ ਸਕਦਾ। ਅੱਛਾ, ਅਨਦਰ ਥਿੰਗ ਇਜ਼ ਦੈਟ ਉਹ ਜਦੋਂ ਇਹ ਡਰਾਈਵਰ ਕਾਰ ਡਾਊਨਲੋਡ ਕਰਨਾ ਹੁੰਦਾ ਨਾ ਜੀ, ਕਈ ਲੋਕ ਆਪਣੇ ਯਾਦ ਭੁੱਲ ਜਾਂਦਾ, ਕਈ 25 ਦਿਨ ਠੀਕ ਹੈ, ਪਰ ਤੁਸੀਂ ਕੋਈ 35 ਦਿਨ ਹੋ ਜਾਂਦਾ, ਕੋਈ 31 ਦਿਨ ਹੋ ਜਾਂਦੇ, ਕੋਈ 40 ਦਿਨ। ਮੈਂ ਇਹ ਵੀ ਨੋਟ ਕੀਤਾ ਕਈ ਬੰਦੇ ਨੇ 6 ਮਹੀਨੇ ਡਾਊਨਲੋਡ ਹੀ ਕੀਤਾ ਹੈ। 6 ਮਹੀਨੇ ਡਾਊਨਲੋਡ ਹੀ ਨਹੀਂ ਕੋਈ। ਉਹ ਜੀ ਇਹ ਲੀਗਲ ਐਕਟੀਵਿਟੀ ਹੋ ਜਾਂਦੀ ਹੈ, ਤਾਂ ਉੱਥੇ ਕੋਈ ਮਾਫ ਨਹੀਂ ਹੈਗਾ। ਇਹ ਬੜੀ ਸਖਤੀ ਨਹੀਂ ਉਹਨਾਂ ਦੇ ਤੁਹਾਡੇ ਕੇਸ ਚਲਾ ਸਕਦੇ। ਜਦੋਂ ਉਹ ਐਗਜ਼ਾਮੀਨਰ ਹੈ ਜਿਹੜਾ, ਉਹ ਤੁਹਾਡੇ ਕੋਲ ਸਾਰਾ ਕੁਝ ਮੰਗ ਲੈਂਦਾ, ਉਹ ਇੱਕ ਐਨਾਲਿਸਿਸ ਕੱਢ ਕੇ ਡੇਟ ਕੱਢ ਦਿੰਦਾ ਕਿ ਤੁਸੀਂ 14 ਦਿਨਾਂ ਬਾਅਦ ਹਾਂਜੀ ਕਰਦੇ ਰਹੇ ਆ, ਤੁਸੀਂ 15 ਦਿਨਾਂ ਬਾਅਦ ਕਰਦੇ ਰਹੇ ਜਾਂ 18। ਕਈ ਹੁਣ 6 ਮਹੀਨੇ ਵਾਲਿਆਂ ਨੂੰ ਤਾਂ ਡੇਟ ਕੀ ਦੇਣੀ ਹੈ ਦੱਸਦੇ ਹੋਣਗੇ ਕਿ ਭਾਈ ਤੂੰ ਕਰਦਾ ਹੀ ਨਹੀਂ, 6 ਮਹੀਨੇ ਵਾਲੇ ਨੂੰ ਤਾਂ ਇਹੀ ਕਹਿੰਦੇ ਹੋਣਗੇ, ਪਰ ਆਮ ਤੌਰ ਤੇ ਉਹ ਡੇਟ ਕੱਢ ਲੈਂਦੇ ਆ ਕਿ ਹਾਂ ਬਈ ਇਹ ਟਰਾਂਸਪੋਰਟਰ ਇੰਨੇ ਕੁ ਦਿਨਾਂ ਦੇ ਵਿੱਚ ਇਹ ਟਰਾਂਸਪੋਰਟ ਜਿਹੜਾ ਡਾਊਨਲੋਡ ਕਰਦਾ ਰਿਹਾ। ਉਹਨਾਂ ਐਕਚੁਅਲੀ 28 ਦਿਨ ਹੋਣੇ ਚਾਹੀਦੇ, ਭਾਵੇਂ ਤੁਸੀਂ ਹਰ ਰੋਜ਼ ਕਰੋ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ, 26 ਦਿਨ ਕਰ ਲਓ, 20 ਦਿਨ ਕਰ ਲਓ, ਕੋਈ ਗੱਲ ਨਹੀਂ, ਪਰ ਜੇ ਤੁਸੀਂ ਜ਼ਿਆਦਾ ਹੋ ਜਾਓ ਨਾ ਜੀ, ਉਹ ਤੁਹਾਡੇ ਅਗੇਂਸਟ ਹੋ ਜਾਂਦਾ ਮਸਲਾ। ਹਾਂ, ਅੱਗੇ ਅੱਛਾ, ਹੁਣ ਜਿਹੜੀ ਮੇਨ ਥਿੰਗ ਹੁੰਦੀ ਹੈ ਨਾ, ਇੱਥੇ ਕਾਫੀ ਵੱਡੀ ਇਸ਼ੂ ਹੈਗਾ। ਜਦੋਂ ਡਰਾਈਵਰ ਆਪਣੇ ਓਵਰ ਦੀ ਲਿਮਿਟ ਚਲਾ ਦਿੰਦੇ ਹੈਗੇ ਆ, ਵੀ ਆਪਣੀ ਸਪੀਡਿੰਗ ਹੋ ਜਾਵੇ, ਜੇ ਆਪਣੇ ਉਹਨਾਂ ਦੀ ਕੋਈ ਬ੍ਰੇਕਿੰਗ, ਆਪਣੇ ਉਹਨਾਂ ਦਾ ਕੋਈ 45 ਮਿੰਟ ਬ੍ਰੇਕ ਨਹੀਂ ਲੈਂਦੇ ਜੀ, ਉਹਨਾਂ ਦਾ ਇਹ ਚੀਜ਼ਾਂ ਉਹਨੂੰ ਸਾਦੇ ਇਨਫ੍ਰਿੰਜਮੈਂਟ ਜੀ। ਜੇ ਤੁਸੀਂ ਇਨਫ੍ਰਿੰਜਮੈਂਟ ਦਾ ਰਿਕਾਰਡ ਪ੍ਰਿੰਟ ਨਾ ਕਰੋ, ਡਰਾਈਵਰ ਕੋਲ ਲਿਖਾਓ। ਮੈਂ ਕੀ ਦੇਖਿਆ ਹੈਗਾ, ਡਰਾਈਵਰ ਜਦੋਂ ਆਪਣਾ ਜਿਹੜੇ ਮਾਲਕ ਹੁੰਦੇ ਕਹਿੰਦੇ ਸਾਈਨ ਕਰਦੇ, ਉਹ ਮੰਗਦੇ ਉਹ ਕਿਉਂ ਉਹਨੂੰ ਇਨਫ੍ਰਿੰਜਮੈਂਟ ਹੋਈ ਹੈ, ਐਕਸਪਲੇਨ ਕਰੋ ਇਨਫ੍ਰਿੰਜਮੈਂਟ ਕਿਉਂ ਹੋਈ ਹੈ, ਫਿਰ ਤੁਸੀਂ ਉਹਦਾ ਕੀ ਐਕਸ਼ਨ ਕੀਤਾ ਹੈਗਾ। ਆਪਣੇ ਬੰਦੇ ਕਈ ਲੋਕ ਨਹੀਂ ਕਰਦੇ, ਇਹ ਬਹੁਤ ਵੱਡੀ ਚੀਜ਼ ਹੈ, ਇਹ ਬਿਗ ਇਸ਼ੂ ਹੈਗੀ ਆਪਣੇ ਬੰਦਿਆਂ ਨਾਲ, ਇਨਫ੍ਰਿੰਜਮੈਂਟ ਰਿਪੋਰਟ ਨਹੀਂ ਬਣਾਉਂਦੇ ਹੈਗੇ। ਇਹ ਤੋਂ ਮੈਂ ਖੋਲ ਕੇ ਥੋੜਾ ਦੱਸ ਦਿੰਦਾ। ਉਹ ਇਦਾਂ ਚਾਰਲੀ ਸਾਹਿਬ ਕਹਿਣਾ ਚਾਹੁੰਦੇ ਆ ਕਿ ਇੱਕ 4.5 ਘੰਟੇ ਤੋਂ ਉੱਪਰ ਗੱਡੀ ਚੱਲ ਗਈ, ਉਸ ਤੋਂ ਬਾਅਦ ਮਹੀਨੇ ਬਾਅਦ ਫਿਰ ਚੱਲ ਗਈ, ਉਹ ਅਗਲੇ ਪੁੱਛਦੇ ਆ ਕਿ ਇਹ ਤੂੰ ਇਨਫ੍ਰਿੰਜਮੈਂਟ ਤੇ ਸਾਈਨ ਕਰਾਈ ਜਾਣਾ, ਪਰ ਡਰਾਈਵਰ ਨੂੰ ਇਹਦੀ ਕੋਈ ਵਾਰਨਿੰਗ ਦਿੱਤੀ ਆ, ਕੋਈ ਡਿਸਪਲਿਨਰੀ ਐਕਸ਼ਨ ਕੀਤਾ? ਜੇ ਨਹੀਂ ਕੀਤਾ, ਉਹਦੇ ਉੱਤੇ ਵੀ ਸਵਾਲ ਹੈ ਕਿ ਤੂੰ ਇਹ ਤੇਰੀ ਡਿਊਟੀ ਆ ਕਿ ਡਰਾਈਵਰ ਨੂੰ ਵਾਰਨਿੰਗ ਦੇਣੀ ਜੀ। ਦੂਜੀ ਚੀਜ਼ ਹੁੰਦੀ ਹੈ ਉਹਨੂੰ ਸਾਦੇ ਵਰਕਿੰਗ ਟਾਈਮ ਡਾਇਰੈਕਟਿਵ, WTD, ਇਹ ਵੀ ਬਹੁਤ ਵੱਡਾ ਮਸਲਾ ਹੈਗਾ ਜੀ। ਉਹ ਪੁੱਛਦੇ ਹੁੰਦੇ ਆ ਦੈਟ ਜੇ ਇੱਕ ਡਰਾਈਵਰ ਕੰਮ ਕਰੇ ਵੈਨਸਡੇ ਥਰਸਡੇ, ਉਹਦਾ ਕਾਰਡ ਉਹਦਾ ਡੇਟਾ ਆ ਜਾਂਦਾ ਜੀ, ਮੰਡੇ ਟਿਊਜ਼ਡੇ ਉਹਦਾ ਕੋਈ ਡੇਟਾ ਨਹੀਂ ਹੈਗਾ, ਉਹ ਤੁਹਾਨੂੰ ਪੁੱਛਣਾ ਚਾਹੁੰਦੇ ਉਹਨੇ ਕੀਤਾ ਕੀ ਹੈਗਾ। ਤਾਂ ਜੇ ਤੁਸੀਂ ਕਹੋਗੇ ਮੈਨੂੰ ਪਤਾ ਨਹੀਂ ਹੈਗਾ, ਹੋ ਸਕਦਾ ਉਹ ਦੂਸਰੇ ਕੰਮ ਤੋਂ ਆਇਆ, ਸਵੇਰ ਉਹਨੇ 6 ਵਜੇ ਕੰਮ ਫਿਨਿਸ਼ ਕੀਤਾ ਕਿਸੇ ਹੋਰ ਦੇ ਨਾਲ, ਤਾਂ ਨਾਲੇ ਤੁਹਾਡਾ ਸ਼ੁਰੂ ਹੋ ਗਿਆ 7 ਵਜੇ,
ਅਗੇਂਸਟ ਦ ਲਾਅ ਹੈਗਾ ਤਾਂ ਤੁਹਾਨੂੰ ਹਰ ਚੀਜ਼ ਇਹ ਹੁਣ ਵੱਡੀ ਗੱਲ ਹੋ ਗਈ ਹੈ ਇਹ ਪੁੱਛਣਾ ਚਾਹੁੰਦੇ ਆ ਵਰਕਿੰਗ ਟਾਈਮ ਡਾਇਰੈਕਟਿਵ ਦਾ ਰਿਕਾਰਡ ਤੁਹਾਨੂੰ ਹਰ ਸੂਰਤ ਰਿਕਾਰਡ ਕਰਨਾ ਹੁੰਦਾ ਉਹਦਾ ਉਹ ਬੰਦੇ ਜਦੋਂ ਦਿਨ ਨਹੀਂ ਕੰਮ ਕਰਦੇ ਉਹ ਕੀ ਕਰਦੇ ਆ ਰਿਕਾਰਡ ਉਹ ਛੁੱਟੀ ਕਰੇ ਜੋ ਵੀ ਹੈਗਾ ਜੀ ਕਿਉਂਕਿ ਗੱਡੀਆਂ ਤਕਰੀਬਨ ਸਾਰੀਆਂ ਜਿਹੜੀਆਂ ਉਹ ਡਾਊਨਲੋਡ ਦੂਜੇ ਆਪਣੇ ਜਿਹੜੇ ਕਾਰਡ ਵਾਲੀਆਂ ਗੱਡੀਆਂ ਜਿਹੜਾ ਇਹ ਵਰਕਿੰਗ ਟਾਈਮ ਜਿਹੜਾ ਰੈਗੂਲੇਟਰ ਆ ਇਹ ਤੁਹਾਡਾ ਜਿਹੜਾ ਆ ਇਹਨੂੰ ਜਿਹੜੇ ਤੁਹਾਡਾ ਸੌਫਟਵੇਅਰ ਆ ਉਹ ਹੀ ਕੱਢਦਾ ਆ ਉਹ ਤੁਹਾਡੇ ਕੋਲ ਰੈਕਾਰਡ ਸਾਰਾ ਹੁੰਦਾ ਪਰ ਉਹ ਉੱਥੇ ਆ ਕੇ ਫਿਰ ਚੱਕਰ ਇਹ ਪੈਂਦਾ ਉਹ ਰੈਕਾਰਡ ਆ ਜਿਹੜਾ ਤੁਸੀਂ ਕੱਢਿਆ ਹੁਣ ਇਹਦਾ ਹੱਲ ਵੀ ਹੈਗੇ ਆ ਪਰ ਇਹਦੀ ਜੇ ਆਪਾਂ ਗੱਲ ਕਰੀਏ ਕਿ ਕੰਪਨੀ ਨੇ ਕੱਢਿਆ ਜੇ ਬਹੁਤ ਸਾਰੇ ਸੌਫਟਵੇਅਰ ਇਦਾਂ ਦੇ ਆ ਜਿਸ ਦਿਨ ਦਾ ਕੱਢਿਆ ਉਸ ਦਿਨ ਦੀ ਉਹਦੇ ਉੱਤੇ ਡੇਟ ਪੈਣੀ ਆ ਹੈਗਾ ਤੁਹਾਡੇ ਸੌਫਟਵੇਅਰ ਦੇ ਵਿੱਚ ਹੀ ਆ ਐਕਚੁਅਲੀ ਉਹ ਜਦੋਂ ਕਈ ਵਾਰੀ ਜਿਹੜੇ ਸਾਥ ਤੋਂ ਜਿਹੜੇ ਕੰਟੇਨਰ ਕੰਪਨੀ ਹੁੰਦੇ ਆ ਉਹ ਕभी ਮਾਲ ਚੁੱਕਦੇ ਆ ਰੱਖਦੇ ਆ ਫਿਰ ਇੰਨੇ ਜ਼ਿਆਦਾ ਡਰਾਈਵਿੰਗ ਨਹੀਂ ਕਰਦੇ ਜੀ ਉਹਨੂੰ ਉਹ 6 ਘੰਟੇ ਕੰਮ ਕਰਦੇ ਆ ਜੀ ਤਾਂ ਉਹਨਾਂ ਦੀ ਕੋਈ ਬ੍ਰੇਕ ਨਹੀਂ ਹੁੰਦੀ ਉਹ ਫਿਰ ਉਹ ਵੀ ਇਨਫ੍ਰਿੰਜਮੈਂਟ ਬਣ ਜਾਂਦੀ ਹੈਗੀ ਆ ਆਪਣੇ ਬੰਦੇ ਤੇ ਕਾਫੀ ਦੂਸਰੇ ਕੰਪਨੀ ਵੀ ਅੰਗਰੇਜ਼ੀ ਹੋ ਗਿਆ ਕੋਈ ਵੀ ਰੋਮੇਨੀਅਨ ਹੋ ਗਿਆ ਇਹ ਉਹਨਾਂ ਦਾ ਮਸਲਾ ਦੇ ਡੋਂਟ ਅੰਡਰਸਟੈਂਡ ਇਹ ਕੀ ਚੀਜ਼ ਹੈਗੀ ਵਰਕਿੰਗ ਟਾਈਮ ਡਾਇਰੈਕਟਿਵ ਤਾਂ ਮੈਂ ਤੁਹਾਨੂੰ ਐਡਵਾਈਸ ਇਹ ਕਰਦਾ ਹਾਂ ਤੁਹਾਨੂੰ ਇਹ ਚੀਜ਼ ਪੂਰੀ ਅੰਡਰਸਟੈਂਡ ਹੋਣੀ ਚਾਹੀਦੀ ਆ ਤਾਂ ਤੁਸੀਂ ਕਿੰਨੇ ਘੰਟੇ ਕੰਮ ਕਰ ਸਕਦੇ ਆ ਵਿਦਆਊਟ ਇਨਫ੍ਰਿੰਜਮੈਂਟ ਤਾਂ ਤੁਹਾਡੇ ਕਿਹੜੇ ਬ੍ਰੇਕ ਹੈਗੇ ਆ ਤਾਂ ਇਹ ਜਿਹੜਾ ਨਾ ਮਸਲਾ ਇਹ ਬਹੁਤ ਵੱਡੀ ਚੀਜ਼ ਆ ਪਰ ਚਾਰਲੀ ਸਾਹਿਬ ਦੇਖੋ ਜਿੱਦਾਂ ਹੁਣ ਆਪਣੇ ਕੰਮ ਕਰਦਾ ਨਾ ਡਰਾਈਵਰ ਉਹਦੇ ਵਿੱਚ ਵਰਕਿੰਗ ਟਾਈਮ ਰੈਗੂਲੇਸ਼ਨ ਦੇ ਵਿੱਚ ਜਿੰਨੀ ਕੁ ਮੇਰੀ ਜਾਣਕਾਰੀ ਆ ਆਪਣੇ ਬੰਦੇ ਕੋ ਉਹਦੇ ਚੋਂ ਬਾਹਰ ਨਹੀਂ ਜਾਂਦਾ ਇਹ ਮੈਨੂੰ ਲੱਗਦਾ ਇੱਥੇ ਤੱਕ ਪਰ ਚੱਕਰ ਇੱਥੇ ਪੈ ਜਾਂਦਾ ਕਿ ਉਹਨੂੰ ਪ੍ਰਿੰਟ ਨਹੀਂ ਕੀਤਾ ਹੁੰਦਾ ਉਹ ਤੋਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਹੈ ਕੀ ਇਹ ਬਲਾ ਕੀ ਆ ਐਕਚੁਅਲੀ ਜਿਹੜੇ ਮੇਨ ਇਸ਼ੂਜ਼ ਹੁੰਦੇ ਆ ਲਾਈਕ ਜਿਹੜੇ DIY ਮਰਚੈਂਟ ਹੁੰਦੇ ਆ ਨਾ ਉਹਨਾਂ ਦਾ ਕੰਮ ਲੋਕਲ ਹੁੰਦਾ ਉਹ ਆਪਣਾ ਮਾਲ ਚੁੱਕਦੇ ਆ ਰੱਖਦੇ ਆ ਫਿਰ ਹੋਰ ਜਗ੍ਹਾ ਜਾਂਦੇ ਆ ਉਹ ਕੰਟੀਨਿਊਸ ਡਰਾਈਵਿੰਗ ਨਹੀਂ ਹੁੰਦੀ ਉਹਨਾਂ ਦਾ 6 ਘੰਟੇ ਐਵੇਂ ਮਾਮੂਲੀ ਲੱਗ ਜਾਂਦੇ ਆ ਬਟ ਉਹ ਫਿਰ ਬ੍ਰੇਕ ਨਹੀਂ ਲੈਂਦੇ ਫਿਰ ਜਦੋਂ ਉਹ ਆਪਣੀ ਰਿਪੋਰਟ ਲੈਂਦੇ ਨਾ ਉੱਥੇ ਆ ਜਾਂਦੀ ਇਨਫ੍ਰਿੰਜਮੈਂਟ ਫਿਰ ਉਹ DVSA ਪੁੱਛਦੇ ਤੁਸੀਂ ਇਹਦਾ ਕੀ ਕੀਤਾ ਆਪਣੇ ਬੰਦੇ ਕੋਲ ਰਿਕਾਰਡ ਕੁਝ ਨਹੀਂ ਹੈਗਾ ਉਹ ਫਿਰ ਜਦੋਂ ਆਪਣੀ ਫਾਈਲ ਬਣਾਉਂਦੇ ਆ ਨਾ ਆਪਣਾ ਪੂਰੀ ਤਸਵੀਰ ਫਾਈਲ ਬਣਾ ਕੇ ਅੱਗੇ ਭੇਜਦੇ ਆ ਇਹ ਸਾਰਾ ਨੈਗੇਟਿਵ ਪੁਆਇੰਟਸ ਹੁੰਦੇ ਆ ਤੇ ਨਾਲੇ ਇਹ ਪੁਆਇੰਟ ਤੁਹਾਨੂੰ 3 ਬਣਨਗੇ ਤੇ ਜੇ 11 ਪੁਆਇੰਟਸ ਤੋਂ ਜ਼ਿਆਦਾ ਹੋ ਗਏ ਨਾ ਡੈਫੀਨਿਟਲੀ ਪਬਲਿਕ ਇਨਕੁਆਇਰੀ ਦੇ ਵਿੱਚ ਇਹ ਇੱਥੇ ਜਾਨ ਛੁੱਟਦੀ ਆ ਠੀਕ ਆ ਨਹੀਂ ਤਾਂ ਪਬਲਿਕ ਇਨਕੁਆਇਰੀ ਦੇ ਵਿੱਚ ਤੁਹਾਡੇ ਕੋਲ ਰੈਕਾਰਡ ਸਾਰਾ ਉੱਥੇ ਵੀ ਚੱਲਦੇ ਆ ਕੀ ਮੰਗਦੇ ਬਾਅਦ ਦੇ ਵਿੱਚ ਆਪਾਂ ਇਸ ਤੋਂ ਅੱਗੇ ਮੋਟੀਆਂ ਗੱਲਾਂ ਜਿਹੜੀਆਂ ਆਪਣੇ ਜਿੱਥੇ ਕਿ ਜਾ ਕੇ ਆਪਣੇ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਕਿਉਂਕਿ ਸਵਾਲ ਬਹੁਤ ਹੈ ਆਪਣੇ ਇਹ ਪੁੱਛਦੇ ਪਏ ਹੈਗੇ ਦਾ ਵਰਕਿੰਗ ਟਾਈਮ ਡਾਇਰੈਕਟਿਵ ਇਹ ਸਹੀ ਤਰ੍ਹਾਂ ਮੈਨੇਜ ਕਰਦੇ ਪਏ ਆ ਇਹਦਾ ਤੁਸੀਂ ਡਿਸਪਲਿਨਰੀ ਐਕਸ਼ਨ ਕੀ ਕਰਦੇ ਹੈਗੇ ਆ ਤਾਂ ਜਿਹੜਾ ਇੱਕ ਹੈਗਾ ਟੈਕਨੀਕਲ ਟਰਮ ਉਹ 'ਚ ਮੈਂ ਨਹੀਂ ਗੱਲ ਕਰੂੰਗਾ ਉਹਨੂੰ ਰੈਫਰੈਂਸ ਪੇਜ ਚਾਹੀਦੇ ਪਰ ਉਹ ਤਾਂ ਸਾਨੂੰ ਆਪਣੇ ਉਹ ਟੈਕਨੀਕਲ ਟਰਮ ਉਸ ਮੈਂ ਇਨਕਲੂਡ ਨਹੀਂ ਕਰਦਾ ਅੱਜ ਅੱਛਾ ਫਿਰ ਉਹ ਪੁੱਛਦੇ ਹੈਗੇ ਆ ਤਾਂ ਉਹ ਕੋਈ ਇਫੈਕਟਿਵ ਸਿਸਟਮ ਉਹ ਕੋਈ ਤਰੀਕਾ ਹੈਗਾ ਤੁਸੀਂ ਜਿਹੜੀ ਤੁਹਾਡੀ ਆਪਣੇ ਟਰੱਕ ਦੀ ਇੰਸ਼ੋਰੈਂਸ ਰੋਡ ਟੈਕਸ ਤੁਸੀਂ ਇਹਦਾ ਕਿੰਜ ਮੈਨੇਜ ਕਰਦੇ ਆ ਹੁਣ ਕਈ ਬੰਦੇ ਕਿ ਸਾਨੂੰ ਪਤਾ ਉਹ ਕਹਿੰਦੇ ਤੁਹਾਨੂੰ ਤੁਹਾਡਾ ਕਿਹੜਾ ਰਿਕਾਰਡ ਹੈਗਾ ਤੁਸੀਂ ਦਿਖਾ ਸਕਦੇ ਆ ਇਹ ਤੁਹਾਡੀ ਇੰਸ਼ੋਰੈਂਸ ਨਹੀਂ ਐਕਸਪਾਇਰ ਹੋ ਗਈ ਜੇ ਤੁਹਾਡਾ ਇੰਸਪੈਕਸ਼ਨ ਕਿੱਦਣ ਆ ਤੁਹਾਡੀ ਯੈਸ ਤੁਹਾਡਾ ਰੋਡ ਟੈਕਸ ਕਦੋਂ ਆ ਤੁਹਾਡਾ ਬ੍ਰੇਕ ਟੈਸਟ ਕਦੋਂ ਆ ਉਹਦੇ ਲਈ ਇੱਕ ਜਿਹੜਾ ਉਹ ਤਕਰੀਬਨ ਜਿਹੜੇ ਟਰਾਂਸਪੋਰਟਰ ਹੋਊਗਾ ਕਈਆਂ ਤੋਂ ਜਿਹਨਾਂ ਕੋਲ ਨਹੀਂ ਜ਼ਰੂਰ ਬਣਾਉਣਾ ਚਾਹੀਦਾ ਉਹਦੇ ਲਈ ਇੱਕ ਜਿਹੜਾ ਕੈਲੰਡਰ ਆ ਉਹ ਬਣਦਾ ਉਹਦੇ ਤੇ ਵੀਕਾਂ ਲਿਖ ਕੇ ਉਹਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮਾਰਕ ਲਗਾਏ ਜਾਂਦੇ ਤੁਸੀਂ ਆਪਣੇ ਹਿਸਾਬ ਦੇ ਨਾਲ ਇੱਕ ਕੈਲੰਡਰ ਦੇ ਉੱਤੇ ਡੇਟ ਲਾ ਕੇ ਰੱਖ ਸਕਦੇ ਆ ਕਿ ਹਾਂ ਕਿ ਇੰਨੀ ਡੇਟ ਦੇ ਵਿੱਚ ਵੀਕਾਂ ਦੀ ਡੇਟ ਪਾ ਕੇ ਵੀ ਆਹ ਵੀਕ ਦੇ ਵਿੱਚ ਇੰਸਪੈਕਸ਼ਨ ਹੋਣੀ ਸੀ ਮੈਂ ਕਰਾ ਲਈ ਹਰ ਇੰਸਪੈਕਸ਼ਨ ਆ ਜਿਹੜੀ ਉਹ ਮੰਗਦੇ ਕੀ ਆ ਬ੍ਰੇਕ ਟੈਸਟ ਜ਼ਰੂਰ ਦੱਸੋ ਨਾਲ ਬਿਗ ਥਿੰਗ ਅਜੀ ਆਪਣੇ ਕਈ ਲੋਕ ਆਪਣੇ ਸਾਦੇ ਰੋਲਿੰਗ ਬ੍ਰੇਕ ਟੈਸਟ ਉਹ ਆਪਣੇ ਜਿਹੜੇ ਕਈ ਗਰਾਜ ਵਾਲੇ ਹੁੰਦੇ ਆ ਉਹ ਉਹਨਾਂ ਕੋਲ ਇਹ ਚੀਜ਼ ਨਹੀਂ ਹੁੰਦੀ ਤਾਂ ਅੱਜ ਟ੍ਰੈਫਿਕ ਕਮਿਸ਼ਨ ਹਮੇਸ਼ਾ ਇਹ ਪੁੱਛਦਾ ਹੁੰਦਾ ਰੋਲਿੰਗ ਬ੍ਰੇਕ ਟੈਸਟ ਤੁਹਾਨੂੰ ਘੱਟ ਤੋਂ ਘੱਟ 4 ਵਾਰੀ ਚਾਹੀਦੇ ਸਾਲ ਦੇ ਵਿੱਚ ਇਨਕਲੂਡਿੰਗ MOT ਮਤਲਬ ਆਫਟਰ 3 ਮੰਥਸ ਹਾਂਜੀ ਸਮਝ ਲਓ ਦੈਟ ਤੁਸੀਂ ਬਟ ਇਹ ਰਿਕਾਰਡ ਚਾਹੀਦਾ ਹੈਗਾ ਤੁਸੀਂ ਜੇ ਨਾ ਹੋਵੇ ਨਾ ਉਹ ਐਕਚੁਅਲੀ ਕਈ ਲੋਕ ਉਹਨਾਂ ਦੇ ਡਰਾਈਵਿੰਗ ਟੈਸਟ ਜਦੋਂ ਆਪਣਾ ਇੰਸਪੈਕਸ਼ਨ ਕਰਦੇ ਨਾ ਉਹਨਾਂ ਕੋਲ ਵੀ ਰਿਕਾਰਡ ਨਹੀਂ ਹੁੰਦਾ ਇਟਸ ਅ ਬਿਗ ਪ੍ਰੋਬਲਮ ਉਹ ਹੈਪੀ ਨਹੀਂ ਜਿਹੜੀ ਬ੍ਰੇਕਸ ਹੈ ਨਾ ਮੇਨ ਥਿੰਗ ਬ੍ਰੇਕਸ ਇਹ ਕਾਫੀ ਸੀਰੀਅਸ ਮੈਟਰ ਹੈਗਾ ਕਿਉਂਕਿ ਇੱਥੇ ਰੀਸੈਂਟਲੀ ਕੋਈ 2 ਸਾਲ 3 ਸਾਲ ਪਹਿਲਾਂ ਇੱਕ ਰਿਫਿਊਜ਼ ਸੀ ਟਰੱਕ ਉਹਦੇ ਬ੍ਰੇਕ ਫੇਲ ਹੋ ਗਏ ਤੇ ਕ੍ਰਿਸਮਸ ਟਾਈਮ ਤੱਕ 2-3 ਬੰਦੇ ਮਰ ਗਏ ਸੀ ਇਹ ਸਾਰਾ ਕੁਝ ਹੈ ਜਿਹੜਾ DVSA ਵੀ ਬਾਬਤ ਵੀ ਦੱਸ ਦਿੰਦਾ ਕਿ ਕਿਉਂਕਿ ਵੋਸਾ ਤੇ DVSA 2013 ਦੇ ਵਿੱਚ
ਇਹ ਦੋਨਾਂ ਨੂੰ ਮਰਜ ਕਰ ਦਿੱਤਾ ਗਿਆ, ਦੋਨਾਂ ਨੂੰ ਇਕੱਠੇ ਕਰ ਦਿੱਤਾ ਗਿਆ। ਸਹੀ। ਇਹ ਜਿਹੜੇ ਸਾਰਾ ਕੁਝ ਹੈ ਜੋ ਪੁੱਛਦੇ ਆ ਉਹ ਸਿਰਫ ਤੇ ਸਿਰਫ ਕਿਉਂਕਿ ਏਡੀ 44 ਟਨ ਅਸੀਂ ਖਿੱਚਦੇ ਹਾਂ ਤੇ ਇਸ ਕਰਕੇ ਉਹ ਪੁੱਛਦੇ ਸਾਰਾ ਕੁਝ ਕਿ ਸੇਫਟੀ ਆ ਜਿਹੜੀ ਉਹ ਤੁਹਾਡੀ ਤੇ ਆਮ ਲੋਕਾਂ ਦੀ, ਕਿ ਤੁਸੀਂ ਉਹਦਾ ਖਿਆਲ ਰੱਖਦੇ ਆ ਜੀ। ਅੱਗੇ ਅੱਛਾ, ਜਿਹੜੀ ਹੋਰ ਚੀਜ਼ ਉਹ ਤੁਹਾਨੂੰ ਪੁੱਛਦੇ ਆ ਜੀ, ਉਹ ਤੁਹਾਨੂੰ ਪੁੱਛਦੇ ਤੁਹਾਨੂੰ ਤੁਹਾਡਾ ਰਿਕਾਰਡ ਦਾ ਕੋਈ ਇਨਫੋਰਮੇਸ਼ਨ ਹੈਗੇ ਆ, ਉਹ ਪੁੱਛਦੇ ਉਹਨੇ ਕਾਉਂਸਲ ਰਿਕਾਰਡ ਜੀ, ਉਹਨੂੰ ਸਾਦੇ OCRS ਸਕੋਰ। OCRS ਸਕੋਰ ਦਾ ਮਤਲਬ ਹੁੰਦਾ ਆਪਰੇਟਰ ਕੰਪਲਾਈਂਸ ਰਿਸਕ ਸਕੋਰ ਜੀ। ਇਹ DVSA ਦਾ ਰਿਕਾਰਡ ਹੁੰਦਾ ਜਦੋਂ ਤੁਹਾਡਾ DVSA ਦਾ ਟਰੱਕ ਹੋਵੇ ਨਾ ਤੁਹਾਡੇ ਪਿੱਛੇ ਰੁਕਦਾ, ਉਹ ਜਿਹੜੀ ਉਹਦੀ ਗੱਡੀ ਹੁੰਦੀ ਆ ਜੀ, ਤੁਹਾਡਾ ਨੰਬਰ ਪਲੇਟ ਆ ਜਾਂਦਾ ਹੈਗਾ ਜੀ, ਉਹ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਬੰਦਾ ਦੀ ਰਿਕਾਰਡ ਅੱਛਾ ਜੇ ਅੱਛਾ ਨਹੀਂ ਹੈਗਾ ਜੀ। ਜੇ ਹੈਗਾ ਲਾਲ ਐਂਬਰ ਗ੍ਰੀਨ, ਜੇ ਲਾਲ ਉਹ ਤੁਹਾਡਾ ਟਰੱਕ ਰੋਕੋਗੇ, ਦੇਖੋ ਤੁਹਾਡਾ ਰਿਕਾਰਡ ਬਹੁਤ ਪੈੜਾ ਹੈਗਾ ਜੀ। ਤੁਹਾਡਾ MOT ਫੇਲ ਨਹੀਂ ਹੋਣਾ ਚਾਹੀਦਾ, ਹਮੇਸ਼ਾ ਪਾਸ ਹੋਣਾ ਚਾਹੀਦਾ, ਕਿਉਂਕਿ ਉਹਦੇ ਨਾਲ ਤੁਹਾਡਾ ਰਿਕਾਰਡ ਖਰਾਬ ਹੋ ਜਾਂਦਾ ਹੈਗਾ, ਰਿਕਾਰਡ ਖਰਾਬ ਹੋ ਜਾਂਦਾ। ਬਾਕੀ ਜਦੋਂ ਕਿਤੇ ਟਰੱਕ ਤੁਹਾਡਾ ਰੁਕਦਾ ਉਹ ਵੀ ਜਿਹੜਾ ਉਹਦੇ ਵਿੱਚੋਂ ਕੱਢ ਲੈਂਦੇ ਆ ਉਹ ਕਿ ਇੰਨੀ ਵਾਰੀ ਟਰੱਕ ਰੁਕਿਆ, ਇਹਦੇ ਵਿੱਚੋਂ ਕਿੰਨੀ ਵਾਰੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਪਾਸ ਆ, ਉਹ ਫਿਰ ਤੁਹਾਡਾ ਗ੍ਰੀਨ ਦੇ ਵਿੱਚ ਰਹਿੰਦਾ। ਗ੍ਰੀਨ 'ਚ ਕਹਿਣ ਦਾ ਮਤਲਬ ਇਹ ਆ ਕਿ ਉਹ ਸਾਹਿਬ ਤੁਸੀਂ ਦੇਖਿਆ ਹੁਣ ਟਰੱਕ ਕਾਰ ਲਾ ਕੇ ਆਪਣੀ ਸਾਈਡ ਤੇ ਖੜੀ ਆ, ਜਾਂ ਇਹ ਇਫੈਕਟਿਵ ਸਿਸਟਮ ਆ। ਕਈ ਵਾਰੀ ਜਿਹੜਾ ਉਹ ਦੂਰੋਂ ਵੀ ਵਾਚ ਕਰਦੇ, ਇਹ ਇਕੱਲੀ ਉੱਥੇ ਨਹੀਂ ਨੰਬਰ ਪਲੇਟਾਂ, ਕਈ ਜੰਕਸ਼ਨਾਂ ਦੇ ਉੱਤੇ ਪਿੱਛੋਂ ਵਾਚ ਕਰਦੇ ਆ ਉਹ ਕੈਮਰੇ ਲੱਗੇ ਆ, ਕੈਮਰਿਆਂ ਤੋਂ ਤੁਹਾਡੀ ਪਲੇਟ ਸਕੈਨ ਹੋ ਜਾਂਦੀ ਹੈ ਕਿ ਇਹ ਰੈੱਡ ਦੇ ਵਿੱਚ ਹੈ, ਰੈੱਡ ਵਾਲੇ ਨੂੰ ਉਹਨਾਂ ਨੇ ਰੋਕਣਾ ਹੀ ਰੋਕਣਾ ਜੀ। ਐਕਚੁਅਲੀ ਤਕਰੀਬਨ ਮੈਂ 2 ਸਾਲ ਹੋ ਗਏ ਆ ਇਹਨਾਂ ਦੇ ਜਿੰਨੇ ਵੀ ਕੈਮਰਾ ਨਾ ਹੁਣ ਸਾਰੇ ਲਿੰਕ ਹੋ ਗਏ ਹੈਗੇ ਆ ਜੀ, ਥਰੂ ਆਊਟ ਮੋਟਰਵੇਜ਼, ਆਪਣੇ B ਰੋਡਸ, A ਰੋਡਸ, ਪਤਾ ਹੁਣ ਇਹਨਾਂ ਕੋਲ ਪਤਾ ਕਿੰਨੇ ਕੋਈ 35,000 ਜੇ 40,000 ਮੈਨੂੰ ਨੰਬਰ ਨਹੀਂ ਯਾਦ ਹੈਗਾ, ਤੇ ਇਹ ਹੁਣ ਜੇ ਨੰਬਰ ਤੁਹਾਡਾ ਟ੍ਰੇਸ ਕਰ ਸਕਦੇ ਆ ਔਨ ਐਵਰੀ ਰੋਡ ਇਨ ਦ UK। ਇਸ ਵੇਲੇ ਆ ਟਰੱਕ ਕਿੱਥੇ ਸੀ ਤੁਸੀਂ ਨਹੀਂ ਕਹਿ ਸਕਦੇ ਮੇਰਾ ਟਰੱਕ ਨਹੀਂ ਚੱਲਦਾ ਪਿਆ ਸੀ, ਉਹ ਐਨ ਚੈੱਕ ਕਰ ਲੈਂਦੇ ਹੈਗੇ ਆ, ਹਰ ਪਾਸੇ ਉਹਨਾਂ ਸਾਰੇ ਲਿੰਕ ਬਣ ਕੇ ਹੈਗੇ ਆ ਜੀ। ਤਾਂ ਉਹ ਫਿਰ ਪੁੱਛਦੇ ਹੈਗੇ ਆ ਜੀ ਦੈਟ ਜਿਹੜਾ ਆਪਰੇਟਿੰਗ ਸੈਂਟਰ ਜਿੱਥੇ ਤੁਸੀਂ ਟਰੱਕ ਪਾਰਕ ਕਰਦੇ ਆ, ਜਿਹਦੀ ਪਰਮਿਸ਼ਨ ਤੁਹਾਨੂੰ ਮਿਲੀ ਆ, ਤੁਹਾਡੇ ਕੋਲ ਨੇ ਟਰੱਕ ਹੈਗੇ ਖੜੇ, ਜੇ ਤੁਹਾਡੇ ਕੋਲ ਜ਼ਿਆਦਾ ਹੈਗੇ ਟਰੱਕ, ਜੇ ਜ਼ਿਆਦਾ ਟਰੱਕ ਉਹ ਵੀ ਤੁਹਾਡੇ ਵਾਸਤੇ ਪ੍ਰੋਬਲਮ ਕਿ ਤੁਹਾਨੂੰ ਅਲਾਉ ਨਹੀਂ ਹੈਗਾ ਜੀ। ਤੁਹਾਡਾ ਜਿੰਨੇ ਟਰੱਕ ਦੀ ਪਰਮਿਸ਼ਨ ਮਿਲੀ ਹੈ ਨਾ ਜੀ, ਤੁਸੀਂ ਉਸ ਟਰੱਕ ਦਾ ਕੰਮ ਕਰ ਸਕਦੇ ਆ। ਨਾਲੇ ਉਹ ਵੀ ਤੇ ਨਾਲ ਦੀ ਨਾਲ ਇਹ ਵੀ ਨਹੀਂ ਕਿ ਜੇ ਆਪਾਂ ਖੜੇ ਕਿਤੇ ਹੋਰ ਕਰਦੇ ਆ ਤੇ ਸ਼ੋਅ ਕਿਤੇ ਹੋਰ ਕਰਦੇ ਆ, ਉਹ ਵੀ ਉਹ ਸਾਡੇ ਆਪਰੇਟਰ ਤੁਹਾਨੂੰ ਜਦੋਂ ਤੁਸੀਂ ਆਪਣਾ ਲਾਇਸੈਂਸ ਤੁਸੀਂ ਅਪਲਾਈ ਕੀਤਾ ਗਿਆ ਸੀ ਨਾ ਆਨਲਾਈਨ ਜੀ, ਤੁਸੀਂ ਕਿਹਾ ਡਿਕਲੇਅਰ ਕੀਤਾ ਗਿਆ ਹੈਗਾ ਅੰਡਰਟੇਕਿੰਗ ਤੇ ਤਾਂ ਮੈਂ ਇੰਜ ਕਰੂੰਗਾ ਫਲਾਂ ਕਰੂੰਗਾ ਜੀ। ਜਦੋਂ ਗੱਡੀਆਂ ਤੁਸੀਂ ਕਿਹਾ ਸੀ ਮੈਂ ਇੱਥੇ ਪਾਰਕਿੰਗ ਕਰੂੰਗਾ ਨਾ ਜੀ, ਤਾਂ ਤੁਸੀਂ ਫਿਰ ਕੋਈ ਹੋਰ ਜਗ੍ਹਾ ਪਾਰਕਿੰਗ ਕਰਦੇ ਆ ਜੀ, ਇਹ ਲੀਗਲ ਆ, ਤੁਸੀਂ ਨਹੀਂ ਕਰ ਸਕਦੇ, ਅਲਾਉ ਨਹੀਂ ਹੈਗਾ। ਤੁਹਾਨੂੰ ਹਰ ਸੂਰਤ ਜਗ੍ਹਾ ਦੇ ਤੁਸੀਂ ਜਿਹੜਾ ਨੋਮੀਨੇਟ ਕੀਤਾ ਨਾ ਪਾਰਕਿੰਗ ਵਾਸਤੇ, ਉਹਨੂੰ ਸਾਡੇ ਆਪਰੇਟਿੰਗ ਸੈਂਟਰ ਤੁਸੀਂ ਉੱਥੇ ਸਿਰਫ ਪਾਰਕ ਕਰ ਸਕਦੇ ਓਵਰਨਾਈਟ ਪਾਰਕਿੰਗ, ਤਾਂ ਇਹ ਤੁਸੀਂ ਨੋਟ ਕਰੋ ਪਲੀਜ਼ ਜੀ। ਓਕੇ ਜੀ। ਅੱਛਾ, ਫਿਰ ਉਹ ਪੁੱਛਦੇ ਹੈਗੇ ਆ ਦੈਟ are parking arrangements adequate ਜੀ। ਫਿਰ ਦੂਸਰੇ ਬੱਕਰੇ ਆ ਜਾਂਦੇ ਹੈਗੇ ਆ ਜੀ। ਆਈ ਥਿੰਕ ਅੱਛਾ that's basically another main question ਹੁੰਦਾ for ਜਿਹੜੇ ਤੁਹਾਨੂੰ ਉਸ ਵਕਤ ਰੋਕਦੇ ਹੈਗੇ ਆ। ਫਿਰ ਇੱਥੇ ਜਿਹੜੇ ਨੰਬਰ ਹੁੰਦੇ ਨਾ ਇੱਥੇ ਪਤਾ ਲੱਗ ਜਾਂਦਾ ਜੇ ਤੁਹਾਨੂੰ ਉਹਨਾਂ ਨੂੰ ਰਿਪੋਰਟ ਕਰੋਗੇ ਟੂ ਦ ਟ੍ਰੈਫਿਕ ਕਮਿਸ਼ਨਰ, ਜੇ ਕੋਈ ਐਕਸ਼ਨ ਇਹਨਾਂ ਨੇ ਹੋਲਡ ਕਰ ਦੇਣਾ, ਜੇ ਇਹਨੂੰ ਕੰਮ ਹੋ ਵਧਾਉਣਾ ਹੈਗਾ, ਤੇ ਇਹਦਾ ਮਤਲਬ ਜੇ ਜਿਹੜੀ ਬੇਸਿਕ ਚੀਜ਼ਾਂ ਨਾ ਇਹ ਬਸ ਇੰਨੇ ਡਿਫਿਕਲਟ ਨਹੀਂ ਹੈਗੀਆਂ, ਤੁਸੀਂ ਇੱਕ ਆਪਣੇ ਕਰ ਸਕਦੇ ਆ, ਪਰ ਕਈ ਲੋਕ ਨਹੀਂ ਕਰਦੇ, ਨਹੀਂ ਕਰਦੇ। ਤੁਸੀਂ ਇਹ ਵੀ ਗੱਲ ਆ ਕਿ ਇਕੱਲਾ ਇੱਕ ਸਿਰਫ ਆਪਾਂ ਕਈ ਵਾਰੀ ਬਹੁਤ ਸਾਰਾ ਕੁਝ ਕਰਦੇ ਵੀ ਹੁੰਦੇ ਆ, ਪਰ ਉਹਦਾ ਰੈਕੋਰਡ ਹੈ ਜਿਹੜਾ ਉਹ ਬੜਾ ਹੋਣਾ ਜ਼ਰੂਰੀ ਹੈ। ਕੋਈ ਵੀ ਜਿਹੜਾ ਤੁਸੀਂ ਟਾਕ ਕਰਦੇ ਆਪਣੇ ਡਰਾਈਵਰ ਦੇ ਨਾਲ, ਉਸ ਦਿਨ ਦੀ ਡੇਟ ਪਾ ਕੇ ਟੂਲ ਬਾਕਸ ਟਾਕ ਆ ਜਿਹੜੀ ਉਹਦੇ ਬਾਬਤ ਵੀ ਜ਼ਰੂਰ ਦੱਸ ਦਿਓ। ਓਕੇ, ਮੈਂ ਇਸ ਕੁਇਕਲੀ ਐਕਚੁਅਲੀ ਮੈਂ ਤੁਹਾਨੂੰ ਦੱਸ ਦਵਾਂ ਜਿਹੜਾ ਸਕੋਰਿੰਗ ਹੈਗਾ, ਮੈਂ ਜਿਹੜਾ ਹੈਗੇ ਨੰਬਰ ਇੱਥੇ ਜੀ ਮੈਂ ਤੁਹਾਨੂੰ ਪੜ੍ਹ ਦਿੰਦਾ ਹੈਗਾ ਜੀ, ਜੇ ਤੁਸੀਂ ਪੜ੍ਹ ਦਿਓ ਬੇਸ਼ੱਕ ਜੀ। 0 ਹੋ ਗਿਆ ਸੈਟਿਸਫੈਕਟਰੀ ਜੀ, ਜੇ ਤੁਹਾਡੇ ਕੋਲ 1 to 5 ਨੰਬਰ ਆ ਜਾਂਦੇ ਨਾ ਜੀ ਮੋਸਟਲੀ ਸੈਟਿਸਫੈਕਟਰੀ, ਉਹ ਸਿਰਫ ਚਾਹੁੰਦੇ ਆ ਤੁਸੀਂ ਕੋਈ ਜਵਾਬ ਦਿਓ ਤੁਸੀਂ ਇਨ ਦ ਫਿਊਚਰ ਕੀ ਕਰੋਗੇ ਜੀ। ਜੇ ਨੰਬਰ ਆ ਗਏ 6 ਤੋਂ 10 ਹੈ ਨਾ, ਫਿਰ ਉਹ ਸਾਡੇ ਅਨਸੈਟਿਸਫੈਕਟਰੀ, ਉਹ ਫਿਰ ਸੋਚੋਗੇ ਇਹਦੇ ਐਕਸ਼ਨ ਕੀਤਾ ਜਾਵੇ। ਯੈਸ, ਤੇ ਜੇ 11 ਤੋਂ ਜ਼ਿਆਦਾ ਆ ਜਾਵੇ ਨਾ ਜੀ 100% ਪਬਲਿਕ ਇਨਕੁਆਇਰੀ, ਤੇ ਪਬਲਿਕ ਇਨਕੁਆਇਰੀ ਆ ਜਿਹੜੀ ਇਹਦੇ 11 ਤੋਂ ਜਦੋਂ ਪਲੱਸ ਹੋ ਜਾਂਦੇ ਆ, ਉਹ ਯੈਸ ਇਹਦੇ ਵਿੱਚ ਉਹ ਕਈ ਵਾਰੀ ਇਸ ਤਰ੍ਹਾਂ ਵੀ ਹੈਗਾ ਕਿ ਕਈ ਵਾਰੀ ਆਪਰੇਟਰ ਦੇ ਜਿਹੜੇ ਆ ਜਿਹੜੇ ਜਿੱਦਾਂ ਜਾਂਦੇ ਆ ਇਹਦੇ ਉੱਤੇ ਲੋਕਾਂ ਦੇ 30 ਤੱਕ ਵੀ ਗਏ ਆ ਪੁਆਇੰਟ,
Yeah, but that will be revoked. You know, or anything point आ जाए ना, or license on साथ there are 3 actions जी, revocation, curtailment, suspension. अच्छा. Revocation ਹੁੰਦਾ license खत्म हो गया. जी. ਇਹਦਾ ਮਤਲਬ ਜਿਹੜਾ ਤੁਸੀਂ ਟਰੱਕ ਦੇ ਹਾਇਰ ਕੀਤੇ ਲੀਸਨ ਖਰੀਦੀਆਂ ਕਈ ਕੰਮ ਹੁੰਦੇ ਆ ਘਰ ਦੇ ਖਰਚੇ ਉਹਨਾਂ ਚੱਲਦੇ ਆ ਨਾ ਜਿਹਦੇ ਟਰੱਕ ਚੱਲਦਾ ਤੁਹਾਡੀ ਆਮਦਨੀ ਹੈਗੀ ਆ ਪਰ ਜਦੋਂ ਲਾਇਸੈਂਸ ਰਿਵੋਕ ਹੋ ਜਾਂਦਾ ਜੀ ਤੁਸੀਂ ਫਿਰ ਟਰੱਕ ਨਹੀਂ ਚਲਾ ਸਕਦੇ ਦੈਟਸ ਇਟ ਜਿਹੜੀ ਸਸਪੈਂਸ਼ਨ ਹੁੰਦੀ ਆ ਉਹ ਟ੍ਰੈਫਿਕ ਕਮਿਸ਼ਨਰ ਜਿਹੜਾ 1 ਜਾਂ 2 ਵੀਕ ਜਾਂ 3 ਵੀਕ ਉਹ ਪੁੱਛੂਗਾ ਚਲੋ ਠੀਕ ਹੈ ਮੈਂ ਇਹਨੂੰ ਚਾਂਸ ਦੇ ਦਿੰਦਾ ਹੈਗਾ ਤਾਂ ਅੱਗੇ ਵਾਸਤੇ ਜੇ ਦੁਬਾਰਾ ਨਾ ਮੇਰੇ ਸਾਹਮਣੇ ਪੇਸ਼ ਆਵੇ ਤਾਂ ਮੈਂ ਇਹਨੂੰ ਥੋੜੀ ਸਜ਼ਾ ਦੇਣਾ ਚਾਹੁੰਦਾ 2 ਹਫ਼ਤੇ ਉਹ ਤੁਹਾਨੂੰ ਕੋਈ ਚਲਾ ਨਹੀਂ ਕਰ ਸਕਦੇ ਉਹ ਸਿਰਫ ਉਹਨੂੰ ਸਾਡੀ ਇਨਫੋਰਸਮੈਂਟ ਐਕਸ਼ਨ ਉਹ ਤੁਹਾਨੂੰ ਸਸਪੈਂਡ ਕਰ ਦੋਗੇ ਤੁਸੀਂ ਟਰੱਕ 2 ਹਫ਼ਤੇ ਨਹੀਂ ਚਲਾ ਸਕਦੇ ਤਾਂ ਉਹ ਟਰੱਕ ਤੁਸੀਂ ਕਿਸੇ ਹੋਰ ਨਹੀਂ ਦੇ ਸਕਦੇ ਉਹ ਜਿਹੜੇ ਨੰਬਰ ਹੁੰਦੇ ਨੇ ਰਜਿਸਟ੍ਰੇਸ਼ਨ ਉਹ ਉਹਨਾਂ ਦੀ ਫਾਈਲਾਂ ਤੇ ਹੁੰਦੇ ਤੁਸੀਂ ਉਹ ਟਰੱਕ ਕਿਸੇ ਯਾਰ ਨਹੀਂ ਦੇ ਸਕਦੇ ਕਿਸੇ ਹੋਰ ਬੰਦੇ ਨੂੰ ਯਾਰ ਮੇਰਾ ਟਰੱਕ ਚਲਾਈ ਜਾ ਮੈਨੂੰ ਪੈਸੇ ਦੇ ਜਾ ਨਹੀਂ ਯੂ ਕੈਨ ਨਾਟ ਆਪਰੇਟ ਦ ਲੋਰੀ ਤੇ ਚਾਰਲੀ ਜੀ ਇਹਦੇ ਵਿੱਚ ਇੱਕ ਗੱਲ ਜਿਹੜੀ ਬਹੁਤ ਜ਼ਰੂਰੀ ਆ ਸਾਰੇ ਟਰਾਂਸਪੋਰਟਰਾਂ ਨੂੰ ਤਕਰੀਬਨ ਇਹ ਪਤਾ ਹੋਣੀ ਚਾਹੀਦੀ ਆ ਕਿ ਡੇਲੀ ਵਾਕ ਅਰਾਊਂਡ ਚੈੱਕ ਓ ਯੈਸ ਦਾ ਕੀ ਫੰਡਾ ਆ ਜਦੋਂ ਗੱਲ ਜਿਹੜੀ ਇਹ ਤੋਂ ਗਾਂਹ ਨਿਕਲ ਜਾਂਦੀ ਆ ਤੇ ਉਸ ਵੇਲੇ ਜਾ ਕੇ ਉਹਦਾ ਪੂਰਾ ਫੰਡਾ ਸਮਝਾਓ ਸਹੀ ਡੇਲੀ ਵਾਕ ਅਰਾਊਂਡ ਚੈੱਕ ਦਾ ਮਤਲਬ ਕੀ ਆ ਓਕੇ ਜਦੋਂ ਕੋਈ ਡਰਾਈਵਰ ਸਵੇਰ ਕੰਮ ਸ਼ੁਰੂ ਕਰਦਾ ਨਾ ਜੀ ਉਹਦਾ ਕੰਮ ਹੈਗਾ ਟਰੱਕ ਚੈੱਕ ਕਰਨਾ ਹੈਗਾ ਜੀ ਉਹਨੂੰ ਸਾਥ ਬਾਟਮ ਮਿਡਲ ਟੌਪ ਦਾ ਵੀ ਬੱਚੇ ਕੰਮ ਕਰਦੀਆਂ ਉਹਦਾ ਵਿੰਡੋ ਸਕਰੀਨ ਠੀਕ ਆ ਆਪਣੇ ਵਿੰਡੋ ਸਕਰੀਨ ਆਪਣੇ ਉਹ 'ਚ ਪਾਣੀ ਪਿਆ ਇਨ ਦ ਰਿਜ਼ਰਵਾਇਰ ਵਾਈਪਰ ਠੀਕ ਹੈ ਪੀਏ ਠੀਕ ਹੈ ਬੱਚਿਆਂ ਠੀਕ ਹੈ ਇੰਡੀਕੇਟਰ ਠੀਕ ਹੈ ਇਹ ਰੋਡ 'ਤੇ ਜਾ ਸਕਦਾ ਟਰੱਕ ਜੀ ਕਈ ਬੰਦੇ ਆ ਨਾ ਉਹ ਨਹੀਂ ਕਰਦੇ ਹੈਗੇ ਉਹ ਨਹੀਂ ਕਰਦੇ ਆ ਉਹਨਾਂ ਨੂੰ ਕਿਤਾਬਾਂ ਹੁੰਦੀਆਂ ਡੀਫੈਕਟ ਬੁੱਕਸ ਉਹ ਆਪਣੇ ਕੈਬ 'ਚ ਬਹਿ ਕੇ ਕੋਈ ਬਾਹਰ ਹੁੰਦੀ ਪਈ ਬਾਰਿਸ਼ ਹੁੰਦੀ ਪਈ ਆ ਉਹਨਾਂ ਨੂੰ ਕੋਈ ਟਾਈਮ ਨਹੀਂ ਹੁੰਦਾ ਉਹ ਬਹਿ ਜਾਂਦੇ ਆ ਉਹ ਫਟਾਫਟ ਟਿਕ ਕਰਕੇ ਨਾ ਸਭ ਕੁਝ ਠੀਕ ਹੈ ਉਹ ਬਹਿ ਜਾਂਦੇ ਆ ਟਰੱਕ ਚਲਾਉਂਦੇ ਹੈਗੇ ਆ ਜੀ ਓਕੇ ਹੁਣ ਪ੍ਰੋਬਲਮ ਕੀ ਹੁੰਦੀ ਆ ਜਦੋਂ ਗੱਡੀ ਇੰਸਪੈਕਸ਼ਨ ਵਾਸਤੇ ਜਾਂਦੀ ਹੈ ਨਾ ਜੀ ਉੱਥੇ ਜਿਹੜਾ ਗਰਾਜ ਹੁੰਦਾ ਨਾ ਉਹਦੀ ਲਿਸਟ ਬਣ ਜਾਂਦੀ ਹੈ ਗੱਡੀ ਨੂੰ ਕਈ ਪ੍ਰੋਬਲਮਸ ਹੈਗੇ ਆ ਮੈਂ ਹੁਣ ਇਹਦੇ ਨਹੀਂ ਕਹਿੰਦੇ ਬਲਬ ਦੀ ਮੈਂ ਕਿ ਵਾਈਪਰ ਆਊਟ ਜਿਹੜੇ ਵਾਈਪਰ ਟੁੱਟ ਗਏ ਆ ਜੇ ਉਹਦਾ ਕੁਝ ਆਪਣਾ ਹੈਡਲਾਈਟ ਜਿਹੜੀ ਲੈਂਸ ਟੁੱਟੀ ਪਈ ਆ ਜੇ ਇੰਡੀਕੇਟਰ ਖਰਾਬ ਆ ਜੋ ਵੀ ਹੈਗਾ ਜੀ ਓਕੇ ਜਿੰਨੀ ਦੇਰ ਤੱਕ ਤੁਹਾਨੂੰ ਡੀਵੀਐਸਏ ਦੀ ਕੋਈ ਪ੍ਰੋਬਲਮ ਨਾ ਹੋਵੇ ਜੇ ਟ੍ਰੈਫਿਕ ਕਮਿਸ਼ਨ ਦੀ ਕੋਈ ਪ੍ਰੋਬਲਮ ਨਾ ਹੋਵੇ ਥੋੜਾ ਕੰਮ ਚੱਲਦਾ ਰਹਿਣਾ ਜੀ ਪਰ ਜਦੋਂ ਤੁਹਾਨੂੰ ਉਹ ਰੋਕਦੇ ਆ ਨਾ ਜੀ ਉਹ ਫਿਰ ਚੈਕਿੰਗ ਕਰਦੇ ਉਹ ਤੁਹਾਨੂੰ ਇਹੀ ਪੁੱਛਣਗੇ ਮੈਨੂੰ ਦਿਖਾਓ ਡੀਫੈਕਟ ਬੁੱਕਸ ਫॉर ਲਾਸਟ 6 ਮੰਥਸ ਤਾਂ ਪੂਰੇ 12 ਮਹੀਨੇ ਚਾਹੀਦੀ ਇਨਸਪੈਕਸ਼ਨ ਡਾਕੂਮੈਂਟਸ ਜੀ ਅੱਛਾ ਉਹ ਜਦੋਂ ਇਨਸਪੈਕਸ਼ਨ ਡਾਕੂਮੈਂਟ ਆ ਜਾਂਦਾ ਪੂਰੀ ਲਿਸਟ ਇਹ ਵੀ ਖਰਾਬ ਇਹ ਵੀ ਖਰਾਬ ਇਹ ਵੀ ਖਰਾਬ ਜੀ ਤਾਂ ਤੁਹਾਡੇ ਡੀਫੈਕਟਸ ਨਹੀਂ ਹੈਗੇ ਜੀ ਉਹਨੇ ਪਤਾ ਬੰਦੇ ਨੇ ਕੰਮ ਸਹੀ ਨਹੀਂ ਕੀਤਾ ਤਾਂ ਅਸੀਂ ਖੁਸ਼ ਨਹੀਂ ਹੈਗੇ ਇਹ ਬੰਦਾ ਜੇ ਲਾਇਸੈਂਸ ਅੱਗੇ ਚਲੇ ਇਹਨੂੰ ਬੰਦ ਹੀ ਕਰ ਦੋ ਦੈਟਸ ਇਟ ਇਹਦੇ ਵਿੱਚ ਇੱਕ ਹੋਰ ਗੱਲ ਆ ਇਹਦੇ ਵਿੱਚ ਫਾਈਨਾਂਸ ਆ ਜਿਹੜਾ ਓ ਯੈਸ ਉਹ ਕਿਉਂਕਿ ਆਪਣੇ ਕੋਲ ਟਾਈਮ ਜਿਹੜਾ ਤਕਰੀਬਨ ਘੱਟ ਹੈ ਆਪ ਸਾਡੇ ਨਾਲ ਜਿਹੜੇ ਜੀਤਾ ਬਾੜੀਆਂ ਜੀ ਜੁੜਿਆ ਥੈਂਕ ਯੂ ਜੀ ਦਲਜੀਤ ਗਿੱਲ ਨੇ ਪਰਮਿੰਦਰ ਕੌਰ ਸੰਧੂ ਜੀ ਸ਼ੁਕਰੀਆ ਜੀ ਗਿੱਲ ਪਰਮਜੋਤ ਜੀ ਸ਼ੁਕਰੀਆ ਜੀ ਪਰਮਜੀਤ ਜੀ ਫਾਈਨਾਂਸ ਹੈ ਜਿਹੜਾ ਬਾਕੀ ਕੋਈ ਨਵੇਂ ਆਪਰੇਟਰ ਹੈ ਜਿਹੜੇ ਉਹਨਾਂ ਨੂੰ ਕੋਈ ਜਾਣਕਾਰੀ ਚਾਹੀਦੀ ਉਹ ਵੀ ਆਪਾਂ ਜ਼ਰੂਰ ਚਾਰਲੀ ਹੋਣਾ ਤਾਂ ਲਵਾਂਗੇ ਪਰ ਫਾਈਨਾਂਸ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਜਿਹੜੇ ਆ ਉਹ ਜ਼ਰੂਰ ਦੱਸੋ ਓਕੇ ਜਿਹੜੇ ਫਾਈਨੈਂਸ਼ੀਅਲ ਸਟੈਂਡਿੰਗ ਹੁੰਦੀ ਹੈ ਨਾ ਇਹਦਾ ਮਤਲਬ ਹੁੰਦਾ ਜਦੋਂ ਤੁਸੀਂ ਲਾਇਸੈਂਸ ਨੂੰ ਅਪਲਾਈ ਕਰਦੇ ਆ ਜੀ ਤੁਹਾਨੂੰ ਡਿਪੈਂਡਿੰਗ ਜੇ ਲਾਇਸੈਂਸ ਤੁਸੀਂ ਲੈ ਰਹੇ ਆ ਆਪਣਾ ਹਾਇਰ ਐਂਡ ਰਿਵਾਰਡ ਵਾਸਤੇ ਜੀ ਤੁਹਾਨੂੰ ਘੱਟ ਤੋਂ ਘੱਟ ਪਹਿਲਾ ਟਰੱਕ ਵਾਸਤੇ 8000 ਪਾਉਂਡ ਚਾਹੀਦਾ ਜੀ ਫਿਰ ਦੂਸਰਾ ਟਰੱਕ ਤੀਸਰਾ ਟਰੱਕ 4450 ਪਾਉਂਡ ਜੀ ਫੀ ਟਰੱਕ ਓਕੇ ਜੀ ਹੁਣ ਜਦੋਂ ਲੋਕਾਂ ਦੇ ਕੰਮ ਚੱਲਦੇ ਹੁੰਦੇ ਨਾ ਉਹਨਾਂ ਦਾ ਬੈਂਕ ਅਕਾਊਂਟ ਕਾਫੀ ਘੱਟ ਜਾਂਦਾ ਹੈਗਾ ਜਦੋਂ ਇਹ ਕਾਫੀ ਡੀਵੀਐਸਏ ਦੀ ਇਨਕੁਆਇਰੀ ਹੁੰਦੀ ਹੈ ਨਾ ਔਰ ਐਸਪੈਸ਼ਲੀ ਇਨ ਦ ਟ੍ਰੈਫਿਕ ਕਮਿਸ਼ਨ ਦੇ ਦਫ਼ਤਰ ਉਹ ਪਹਿਲਾ ਸਵਾਲ ਪੁੱਛਦੇ ਤੁਹਾਡੇ ਬੈਂਕ ਅਕਾਊਂਟ ਦਿਖਾਓ 3 ਮਹੀਨੇ ਜੀ ਦੀ ਟ੍ਰੇਡਿੰਗ ਜੇ ਤੁਹਾਡਾ ਬੈਂਕ ਅਕਾਊਂਟ ਉਹ 'ਚ ਫਾਈਨੈਂਸ਼ੀਅਲ ਸਟੈਂਡਿੰਗ ਨਹੀਂ ਹੈਗੀ ਜੀ ਆਪਣੇ ਫॉर द ਟਰੱਕਸ ਉਹ ਤੁਹਾਡਾ ਪਬਲਿਕ ਇਨਕੁਆਇਰੀ ਵੀ ਨਹੀਂ ਕਰੋਗੇ ਔਰ ਤੁਹਾਡਾ ਲਾਇਸੈਂਸ ਉਸੇ ਵਕਤ ਰਿਵੋਕ ਕਰ ਲੋਗੇ ਤਾਂ ਮੈਨੂੰ ਪਤਾ ਦਾ ਕਾਫੀ ਲੋਕਾਂ ਨੇ ਬਾਂਸ ਬਾਕ ਲੋਨ ਲੈ ਕੇ ਨਾ ਆਪਣੇ ਬੈਂਕ ਜਮ੍ਹਾਂ ਕੀਤੇ ਹੈਗੇ ਆ ਜੀ ਹੁਣ ਉਹ ਵੀ ਪੈਸੇ ਚਲ ਗਏ ਆ ਤਾਂ ਐਟ ਦਾ ਮੋਮੈਂਟ ਕਾਫੀ ਲੋਕ ਨਾ ਇਲੀਗਲੀ ਚੱਲਦੇ ਪਏ ਆ ਪਰ ਉਦੋਂ ਪਤਾ ਲੱਗੂਗਾ ਜਦੋਂ ਉਹਨਾਂ ਨੇ ਟ੍ਰੈਫਿਕ ਕਮਿਸ਼ਨ ਸਾਹਮਣੇ ਪੇਸ਼ ਹੋਗੇ ਤਾਂ ਜੇ ਤੁਸੀਂ ਉਸੇ ਦਿਨ ਪੈਸੇ ਜਮ੍ਹਾਂ ਕਰ ਦੋ ਕਿ ਕਿਸੇ ਯਾਰ ਦੋਸਤ ਪੈਸੇ ਲੈ ਕੇ ਜੀ ਉਹ ਪੁੱਛੋ ਇਹ ਪੈਸਾ ਕਿੱਥੋਂ ਆਇਆ ਸਬੂਤ ਦੋ ਤਾਂ ਇਹ ਬਹੁਤ ਟਾਈਟ ਜੀ ਜਿਹੜੇ ਬੰਦੇ ਫਸ ਜਾਂਦੇ ਨਾ ਜੀ ਉਹਨੂੰ ਪਤਾ ਉਹਨਾਂ ਦਾ ਕੀ ਅਸਰ ਹੁੰਦਾ ਚਾਰਲੀ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਤਾਂ ਟਰਾਂਸਪੋਰਟ ਦੇ ਵਿੱਚ ਇਹ ਗੱਲ ਆਪਣੇ ਕਦੀ ਟੀਵੀ ਉੱਤੇ ਆਈ ਨਹੀਂ ਵੈਸੇ ਟਰਾਂਸਪੋਰਟ ਦੇ ਵਿੱਚ ਜਿੰਨੇ ਲੋਕ ਸਭ ਤੋਂ ਜ਼ਿਆਦਾ ਸਟਰਗਲ ਜਿਹੜੀ ਉਹ ਟਰਾਂਸਪੋਰਟ ਦੇ ਵਿੱਚ ਆ ਬਹੁਤ ਸਾਰੇ
ਲੋਕਾਂ ਨੂੰ ਚੱਲਦਾ ਹੋਊਗਾ ਕਿ ਬਹੁਤ ਵੱਡੇ ਵੱਡੇ ਟਰੱਕ ਆ, ਪਤਾ ਨਹੀਂ ਕਿੰਨੇ ਪੈਸੇ ਕਮਾਉਂਦੇ ਹੋਣਗੇ। ਟਰਾਂਸਪੋਰਟ ਦੇ ਵਿੱਚ ਇਹ ਸਾਰਾ ਕੁਝ ਆ ਜਿਹੜਾ ਇਹ ਤੁਹਾਨੂੰ ਇਨਕਲੂਡ ਹੈ, ਜਿਹੜਾ ਉਹ ਬਿਲਕੁਲ ਥਾਂ ਸੇ ਰੱਖਣਾ ਪੈਣਾ। ਉਸ ਤੋਂ ਬਾਅਦ ਕੁਝ ਵੀ ਇਹਦੇ ਵਿੱਚੋਂ ਘੱਟ ਹੁੰਦਾ ਜਿਹੜਾ ਉਹ ਡਰਾਈਵਰ ਤੇ ਆ। ਉਸ ਨਾਲ ਦੀ ਨਾਲ ਇਹਦੇ ਵਿੱਚ ਇਹ ਵੀ ਆ ਕਿ ਟਰਾਂਸਪੋਰਟ ਦੇ ਵਿੱਚ ਤੇਲ ਵੀ ਵੱਧਦਾ ਜਾਂਦਾ, ਪਾਰਕਿੰਗ ਦੇ ਰੇਟ ਵੀ ਵੱਧਦੇ ਜਾਂਦੇ, ਡਰਾਈਵਰ ਦੇ ਖਰਚੇ ਵੀ ਵੱਧਦੇ ਜਾਂਦੇ ਆ। ਪਰ ਜਿਹੜਾ ਲੋਡ ਆ ਜਾਂ ਜਿਹੜੇ ਪੈਸੇ ਆ, ਕੋਈ ਕੰਟੇਨਰਾਂ ਤੇ ਕੰਮ ਕਰਦਾ, ਕੋਈ ਟਿੱਪਰ ਟਰੱਕ ਚਲਾਉਂਦਾ, ਕਿਤੇ ਵੀ ਚਲਾਉਂਦਾ, ਉਹ ਰੇਟ ਆ ਜਿਹੜੇ ਉਹ ਉੱਥੇ ਹੀ ਖੜੇ ਰਹਿੰਦੇ ਆ। ਉਹਦੇ ਉੱਤੇ ਵੀ ਇਹ ਬਹੁਤ ਵੱਡਾ ਮੁੱਦਾ ਆ ਇਹ, ਕਿਉਂਕਿ ਜਿਹੜੀ ਆ ਇਹ ਗੱਲਬਾਤ ਅੱਗੇ ਇਨਕਰੀਜ਼ ਹੋਣ ਦੀ ਗੱਲ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਹੁੰਦੀ ਆ। ਉੱਥੇ ਕੀ ਕਰਦੇ ਆ, ਉਹ ਆਪਣਾ ਜਿਹੜਾ ਆ ਉਹ ਜਲਸਾ ਕਰਦੇ ਆ ਜਾਂ ਇਹ ਆਪਣੇ ਪ੍ਰੋਟੈਸਟ ਕਰਦੇ ਆ, ਟੀਵੀ ਚੈਨਲ ਨੂੰ ਕਵਰ ਕਰਦੇ ਆ। ਉੱਥੇ ਲੋਕਾਂ ਦਾ ਏਕਾ ਵੀ ਆ। ਇੱਥੇ ਸਾਡਾ ਜਿਹੜਾ ਕੁਝ ਏਕਾ ਵੀ ਨਹੀਂ ਆਪਸ ਦੇ ਵਿੱਚ, ਟਰਾਂਸਪੋਰਟਰਾਂ ਦਾ ਵੀ ਨਹੀਂ ਹੁੰਦਾ, ਕੋਈ ਵੰਡਣਾ ਨਹੀਂ, ਕੁਝ ਲੈਣਾ ਵੀ ਨਹੀਂ, ਐਵੇਂ ਹੀ ਇੱਕ ਦੂਜੇ ਦੇ ਨਾਲ ਆਪਾਂ ਖਈ ਹੋਈ ਜਾਂਦੇ ਕਈ ਵਾਰੀ। ਇਹ ਵੀ ਚੱਕਰ ਆ ਜਿਹੜਾ, ਇਹ ਸਾਰੇ ਕੁਝ ਦਾ ਫਾਇਦਾ ਜਿਹੜਾ ਉਹ ਟਰਾਂਸਪੋਰਟਰ ਕੰਪਨੀਆਂ ਜਿਹੜੀਆਂ ਜਿਨ੍ਹਾਂ 'ਚ ਆਪਾਂ ਕੰਮ ਕਰਦੇ ਆ ਉਹ ਉਠਾ ਰਹੇ। ਮੈਂ ਤੁਹਾਨੂੰ ਇੱਕ ਗੱਲ ਕਹਿ ਸਕਦਾ ਜੀ? ਤੁਸੀਂ ਟਰਾਂਸਪੋਰਟ ਮੈਨੇਜਰ ਦੀ ਗੱਲ ਨਹੀਂ ਕੀਤੀ। ਹਾਂ ਆਪਾਂ ਉਹ ਵੀ ਕਰਨੀ ਆ ਪਏ ਆਪਣੇ ਕੋਲ। ਹਾਂਜੀ ਟਰਾਂਸਪੋਰਟ ਮੈਨੇਜਰ ਤੇ ਆ ਜੀ। ਅੱਛਾ, ਹੁਣ ਮੈਨੂੰ ਪਤਾ ਹੈਗਾ ਕਈ ਆਪਣੇ ਭਾਈ, ਕਈ ਬਿਜ਼ਨੈਸਿਸ ਹੈਗੇ ਆ ਜਿਨ੍ਹਾਂ ਨੇ ਆਪਣੀਆਂ ਬੇਟੀਆਂ ਨੂੰ, ਬੀਵੀਆਂ ਨੂੰ, ਦੋਸਤਾਂ ਨੂੰ ਟਰਾਂਸਪੋਰਟ ਮੈਨੇਜਰ ਬਣਾਇਆ ਹੈਗਾ ਜੀ। ਅਨਫੋਰਚੂਨੇਟਲੀ ਉਹਨਾਂ ਦਾ ਰੋਲ ਕੀ ਹੈਗਾ, ਕਾਫੀ ਸੀਰੀਅਸ ਰੋਲ ਹੈਗਾ, ਪਰ ਉਹ ਵਿਚਾਰਿਆਂ ਨੂੰ ਕੁਝ ਪਤਾ ਨਹੀਂ ਹੁੰਦਾ। ਉਹਨਾਂ ਨੇ ਕੋਈ ਇਮਤਿਹਾਨ ਪਾਸ ਕੀਤੇ ਹੁੰਦੇ ਆ ਜੀ, ਤਾਂ ਉਹਨਾਂ ਨੇ ਆਪਣਾ ਨਾਮ ਲਿਖਿਆ ਹੁੰਦਾ ਟਰਾਂਸਪੋਰਟ ਮੈਨੇਜਰ ਜੀ, ਤਾਂ ਉਹਨਾਂ ਦਾ ਕੰਮ ਚੱਲ ਜਾਂਦਾ ਹੈਗਾ। ਹੁਣ ਜਦੋਂ ਇਹ ਪ੍ਰੋਬਲਮ ਪੈਂਦੀ ਹੈ ਨਾ ਜੀ, ਟਰਾਂਸਪੋਰਟ ਮੈਨੇਜਰ ਨੂੰ ਸੱਦਦੇ ਆ। ਹੁਣ ਟਰਾਂਸਪੋਰਟ ਮੈਨੇਜਰ ਨਾ ਹੋਣਾ ਚਾਹੀਦਾ ਤਾਂ ਤੂੰ ਇਹ ਕੀ ਕਰਦਾ, ਕੀ ਨਹੀਂ ਕਰਦਾ, ਤੇਰਾ ਡਿਊਟੀ ਕੀ ਹੈ, ਤੂੰ ਕੀ ਕਰ ਰਿਹਾ, ਉਹਦਾ ਕੋਈ ਜਵਾਬ ਨਹੀਂ ਦੇ ਹੁੰਦੇ। ਅੱਛਾ, ਫਿਰ ਉਹਦੇ ਪਤਾ ਕੀ ਪ੍ਰੋਬਲਮ ਕੀ ਹੁੰਦੀ ਆ ਜੀ, ਉਹਨੂੰ ਸੱਦਦੇ ਰਿਪਿਊਟ। ਜੇ ਉਹਨਾਂ ਨੂੰ ਸ਼ੱਕ ਪੈਂਦੀ ਹੈ ਉਹਦਾ ਸਿਰਫ ਨਾਮ ਵਾਸਤੇ ਤੁਸੀਂ ਬੰਦਾ ਰੱਖਿਆ ਨਾ, ਉਹਦੀ ਰੈਪੂਟੇਸ਼ਨ ਨੂੰ ਰਿਪਿਊਟ ਸਾਦੇ ਆ, ਉਹ ਚੱਲ ਜਾਂਦੀ ਆ, ਉਹ ਫਿਰ ਦੁਬਾਰਾ ਮੈਨੇਜਰ ਨਹੀਂ ਬਣ ਸਕਦਾ। ਤਾਂ ਟ੍ਰੈਫਿਕ ਕਮਿਸ਼ਨ, ਮੈਨੂੰ ਖੁਦ ਪਤਾ ਹੈਗਾ, ਜਿਹੜੇ ਬੰਦੇ ਆਪਣਾ ਲਾਇਸੈਂਸ ਲੈ ਫਿਰਦੇ ਆ ਨਾ, ਤਾਂ ਉਹਨਾਂ ਦਾ ਜਿਹੜਾ ਮੈਨੇਜਰ ਉਹਨੂੰ 6 ਮਹੀਨੇ ਨਹੀਂ ਮਿਲਦਾ। ਇਟਸ ਰੋਂਗ ਜੀ, ਇਟ ਮਸਟ ਬੀ ਐਵਰੀ ਵੀਕ। ਤੁਸੀਂ ਲੋਕਾਂ ਨੂੰ ਪੈਸੇ ਦਿੰਦੇ ਆ। ਮੈਂ ਦੇਖਿਆ ਕਈ ਲੋਕ ਜਿਹੜਾ ਕਹਿੰਦਾ ਜੀ ਮੇਰਾ ਮੈਨੇਜਰ ਮੈਨੂੰ ਕभी नहीं मिलिया, बस मैं पैसे पे ही कर जाता। जे थोड़े को इन्ने पैसे तुम मैंने पैसे दे तो मैं भी काम कर जाता फ्री। नहीं अज नहीं होना चाहिए जी। यू मस्ट इंसिस्ट मैनेजर जे थोड़े कोई फैमिली मैंबर मैनेजर उन्होंने हर किस्म का ट्रेनिंग चाहिए है, वो अपने बंदे ने मिले, ड्राइवर ने मिले, वो अंडरस्टैंड करे इन्फ्रिंजमेंट की चीज़ हैगी जी। ये बहुत प्रॉब्लम्स हैगी आ। ਟੂਲ ਬਾਕਸ ਸਟਾਕ ਆ ਜਿਹੜੀ ਉਹ ਬਹੁਤ ਇੰਪੋਰਟੈਂਟ ਚੀਜ਼, ਉਹਦੀ ਇੰਪੋਰਟੈਂਟ ਚੀਜ਼ ਆ। ਉਹਦੇ ਬਾਬਤ ਵੀ ਸਾਡੇ ਦਰਸ਼ਕ ਜਿਹੜੇ ਉਹਨਾਂ ਨੂੰ ਜ਼ਰੂਰ ਦੱਸੋ। ਟੂਲ ਬਾਕਸ ਸਟਾਕ ਇਹ ਹੁੰਦੀ ਆ ਦੈਟ ਜੇ ਕੋਈ ਤੁਹਾਡਾ ਡਰਾਈਵਰ ਜ਼ਿਆਦਾ ਇਨਫ੍ਰਿੰਜਮੈਂਟ ਕਰੇ, ਜੇ ਕੋਈ ਪ੍ਰੋਬਲਮਸ ਹੋਵੇ ਨਾ, ਤੁਸੀਂ ਆਪਸ ਰਲ ਮਿਲਾ ਕੇ ਨਾ ਤੁਸੀਂ ਉਹਨਾਂ ਗੱਲ ਕਰ ਸਕਦੇ ਆ। ਦੇਖੋ ਵੇ ਇੰਜ ਨਾ ਕਰ, ਵੀ ਤੂੰ ਇੰਜ ਨਾ ਕਰ, ਤੂੰ ਇਹ ਕਰ, ਤੂੰ ਇਹ ਕੰਮ ਸਹੀ ਤਰ੍ਹਾਂ ਕਰ। ਫਿਰ ਤੁਸੀਂ ਉਹਦਾ ਰਿਕਾਰਡ ਕਰ ਲਓ, ਉਹਨੂੰ ਸਾਡੇ ਡਾਕੂਮੈਂਟੇਸ਼ਨ, ਉਹਦਾ ਨਾਮ, ਡੇਟ, ਤੁਸੀਂ ਉਹਨੂੰ ਕੀ ਕਿਹਾ ਗਿਆ, ਉਹਨੂੰ ਸਾਡੇ ਟੂਲ ਬਾਕਸ ਸਟਾਕ। ਤੁਸੀਂ 2-3 ਬੰਦੇ ਸ਼ਾਮਲ ਕਰਕੇ ਨਾ ਉਹਨੂੰ ਆਪਣੇ ਨੋਟ ਕਰਕੇ ਡੇਟ ਕਰ, ਉਹਨੂੰ ਤੁਸੀਂ ਰਿਕਾਰਡ ਰੱਖ ਲਓ ਜੀ। ਉਹ ਬਹੁਤ ਐਕਸਲੈਂਟ ਚੀਜ਼ ਹੈਗੀ ਆ ਫॉर ਕੰਪਲਾਇੰਸ। ਫਿਰ ਟ੍ਰੈਫਿਕ ਕਮਿਸ਼ਨ ਨੂੰ ਪਤਾ ਲੱਗ ਜਾਂਦਾ ਇਹ ਬੰਦੇ ਆਪਣੇ ਕੰਮ ਦੀ ਜ਼ਿੰਮੇਵਾਰੀ ਲੈਂਦੇ ਪਏ ਆ, ਤੇ ਡਰਾਈਵਰ ਨੂੰ ਨਾਲ ਸਾਥ ਉਹਨਾਂ ਨੂੰ ਟ੍ਰੇਨਿੰਗ ਦੇ ਜਾਂਦੇ ਹੈਗੇ ਆ। ਬਿਲਕੁਲ ਸਮਝ ਗਏ ਨਾ। ਇਹਦੇ ਵਿੱਚ ਇਹ ਵੀ ਆ ਕਿ ਜਦੋਂ ਕੰਮ ਨਾ ਸਹੀ ਚੱਲਦਾ ਉਦੋਂ ਕੋਈ ਰਫੜ ਨਹੀਂ ਹੁੰਦਾ। ਓ ਯੈਸ। ਪਰ ਜਦੋਂ ਕਿਤੇ ਇਦਾਂ ਦਾ ਸਪੀਡ ਬ੍ਰੇਕਰ ਆਉਂਦਾ, ਉਸ ਲਈ ਕੀ ਹੁੰਦਾ, ਉਸ ਲਈ ਟਰਾਂਸਪੋਰਟਰ ਜਿਹੜਾ ਬਹੁਤ ਵੱਡੀਆਂ ਗੱਲਾਂ ਕਰਦੇ ਆ ਵੀ ਕੋਈ ਨਹੀਂ ਰੱਖ ਲਾਂਗੇ, ਚੱਕ ਲਾਂਗੇ, ਉਹਦੇ ਵੀ ਪੈਰ ਜਿਹੜੇ ਉਹ ਇਦਾਂ ਦਾ ਕਰਨ ਲੱਗ ਪੈਂਦੇ ਆ। ਉਹ ਕੀ ਕਰਦਾ, ਕੋਈ ਵੀ ਗੱਲ ਆ ਜਿਹੜੀ ਉਹ ਚੱਕ ਕੇ ਡਰਾਈਵਰ ਤੇ ਸਿੱਟਣ ਨੂੰ ਫਿਰਦਾ। ਇਹ ਜੀ ਗਲਤੀ ਡਰਾਈਵਰ ਦੀ ਆ। ਪਰ ਇਹ ਗੱਲ ਮੈਂ ਇਹ ਵੀ ਦੱਸਣੀ ਚਾਹਣਾ ਕਿ ਉਹ ਡਰਾਈਵਰ ਤੇ ਸਿੱਟਿਆ, ਜੋ ਮਰਜ਼ੀ ਕਰ ਲੈ, ਡਰਾਈਵਰ ਤੇ ਸਿੱਟਿਆ, ਇਹ ਗੱਲ ਟਿਕਾਣੇ ਨਹੀਂ ਬਹਿਣੀ। ਨਹੀਂ ਉਹਨੇ ਕਹਿਣਾ ਜ਼ਿੰਮੇਵਾਰੀ ਤੇਰੀ ਆ। ਐਬਸੋਲੂਟਲੀ। ਜਿਹੜਾ ਇਹਦੇ ਵਿੱਚ ਕਿਉਂਕਿ ਮੈਂ ਕੱਲ ਜਦੋਂ ਪੋਸਟਰ ਪਾਇਆ ਨਾ, ਉਸ ਲਈ ਮੈਨੂੰ ਇੱਕ ਵਿਅਕਤੀ ਦਾ ਫੋਨ ਆਇਆ ਸੀ। ਉਹਨੇ ਦੱਸਿਆ ਕਿ ਭਾਈ ਮੈਂ ਇਦਾਂ ਤਾਂ ਕਿਸੇ ਨਾਲ ਕੰਮ ਕਰਦਾ ਸੀ ਕਿ ਮੇਰੇ ਕੋਲ ਕੋਈ ਗਲਤੀ ਹੋਈ, ਉਹਨੇ ਜਾ ਕੇ ਜਿਹੜੇ ਉੱਥੇ ਬਿਲਕੁਲ ਮੇਰੇ ਤੇ ਗੱਲ ਸਾਰੀ ਜਿਹੜੀ ਸਿੱਟ ਦਿੱਤੀ। ਇੱਥੇ ਆਪਾਂ ਨੂੰ ਵੀ ਜਿਹੜਾ ਕੋਈ ਵੀ ਟਰਾਂਸਪੋਰਟਰ ਹੈ, ਜਿੱਦਾਂ ਕੋਈ ਵੀ ਕੰਮ ਕਰਦਾ ਤੁਹਾਡਾ ਡਰਾਈਵਰ, ਰਿਸਪੌਂਸਿਬਿਲਿਟੀ ਉਹ ਤੁਹਾਡੀ ਆ, ਤੁਸੀਂ ਕਰਾਉਣੇ ਉਹਦੇ ਤੋਂ ਜੋ ਵੀ ਕਰਾਉਣੇ ਆ। ਪਰ ਜਦੋਂ ਕਿਤੇ ਉਹ ਗੱਲ ਫਸਦੀ ਆ, ਉਹਦੇ ਵੀ ਬਾਲ ਬੱਚੇ ਹਨ, ਕੰਮ ਕਰ ਉਹਦੀ ਵੀ ਦਿਹਾੜੀ ਜਿਹੜੀ ਕੰਮ ਦੇ
ਪੈਸੇ ਸਿਰ ਤੇ ਚੱਲਦਾ। ਪਰ ਵਰਿੰਦਰ ਗੱਲ ਕੀ ਹੁੰਦੀ ਹੈ ਉਹਨਾਂ ਦਾ ਜਿਹੜਾ ਜਦੋਂ ਇਹ ਅਪਲਾਈ ਕਰਦਾ ਲਾਇਸੈਂਸ ਜੀ ਕਈ ਲੋਕਾਂ ਨੇ 2 ਸਾਲ ਪਹਿਲਾਂ ਕੀਤੇ, ਕੋਈ 4 ਸਾਲ ਪਹਿਲਾਂ, 8 ਸਾਲ ਪਹਿਲਾਂ ਉਹਨਾਂ ਨੇ ਸਾਈਨ ਕੀਤੀ ਡੈਕਲੇਰੇਸ਼ਨ ਆਈ ਐਮ ਰਿਸਪੌਂਸਿਬਲ ਫॉर ਮਾਈ ਲਾਇਸੈਂਸ, not driver ਜਿਹੜੀ ਅਲਟੀਮੇਟ ਰਿਸਪੌਂਸਿਬਿਲਿਟੀ ਹੁੰਦੀ ਆ ਡਾਇਰੈਕਟਰ ਦੀ। ਅੱਛਾ ਜੇ ਪ੍ਰੋਬਲਮ ਉਹਨਾਂ ਨੂੰ ਮਿਲ ਜਾਵੇ that ਡਾਇਰੈਕਟਰ ਦਾ ਕੰਮ ਸਹੀ ਨਹੀਂ ਹੈਗਾ ਨਾ ਜੀ, ਉਹ ਡਾਇਰੈਕਟਰ ਨੂੰ ਬੈਨ ਕਰ ਸਕਦੇ ਆ ਟੂ ਬੀ ਔਨ ਅ ਲਾਇਸੈਂਸ। ਇਹਦਾ ਮਤਲਬ ਤੁਸੀਂ ਆਪਣੀ ਕੰਪਨੀ ਚ ਡਾਇਰੈਕਟਰ ਨਹੀਂ ਬਣ ਸਕਦੇ ਫॉर ਅ ਲਾਇਸੈਂਸ। ਜੀ ਫਿਰ ਆਪਣੇ ਲੋਕ ਫਿਰ ਕਿਸੇ ਦੋਸਤ ਕਹਿ ਜਾਂਦੇ ਆ, ਕਿਸੇ ਜਾਂ ਫਿਰ ਕੰਮ ਬਹੁਤ ਗਲਤ ਹੋ ਜਾਂਦੇ ਹੈਗੇ। ਇੱਕ ਹੋਰ ਚੀਜ਼ ਭਾਈਜਾਨ ਫੜ ਉਹ ਵੀ ਲੈਂਦੇ ਆ। ਓ ਯੈਸ ਪਤਾ ਗੱਲ ਕੀ ਹੈ, ਤੁਹਾਨੂੰ ਝੂਠ ਨਹੀਂ ਬੋਲਣਾ ਚਾਹੀਦਾ, ਵਰਕ ਇਨ ਅ ਕੰਪਲਾਇੰਟ ਵੇ, ਟਰਸਟ ਵੇ। ਜੇ ਉਹਨਾਂ ਨੂੰ ਪਤਾ ਲੱਗ ਜਾਏ ਬੰਦੇ ਝੂਠ ਬੋਲਦੇ, ਜੋ ਨਹੀਂ ਕੀਤਾ ਨਹੀਂ ਕੀਤਾ 100% ਨਹੀਂ ਕੀਤਾ ਜੀ, ਗਾਂ ਤੋਂ ਹੋ ਜੂ। ਓ ਯੈਸ ਉਹਦਾ ਤਾਂ ਕੋਈ ਬਚਾ ਹੈ। ਯੈਸ ਉਹ ਹਾਂ ਵੀ ਇਹ ਬੰਦਾ ਸੱਚ ਬੋਲ ਰਿਹਾ। ਜੇ ਤੁਸੀਂ ਕਹੋ ਵੀ ਹਾਂ ਵੀ ਕੋਈ ਨਹੀਂ ਜੋ ਝੂਠਾ ਸੱਚਾ, ਕਿਉਂਕਿ ਉਹ ਜਿਹੜਾ ਵੀ ਆਫੀਸਰ ਆ ਉਹਦਾ ਰੋਜ਼ ਦਾ ਕੰਮ ਇਹ ਆ ਕਿ ਤੁਸੀਂ ਇਹ ਕਿਤੇ ਕਿਤੇ ਇਹ ਜਾ ਕੇ ਗੱਲਾਂ ਜਿਹੜੀਆਂ ਉਹਨਾਂ ਕਰਨ ਲੱਗੇ ਆ। ਪਰ ਦੇਖੋ ਚੀਜ਼ ਜਿਹੜੀ ਕਾਫੀ ਸੀਰੀਅਸ ਮੈਟਰ ਹੁੰਦੇ, ਕਈ ਡਰਾਈਵਰ ਹੁੰਦੇ ਨਾ ਉਹ ਅਕਸਰ ਘਰ ਪਹੁੰਚਣ ਵਾਸਤੇ ਉਹਨਾਂ ਨੇ ਕੋਈ ਤਕਰੀਬਨ ਆਪਣਾ ਕਾਰ ਪੁੱਲ ਕਰ ਲੈਂਦੇ ਹੈਗੇ ਆ। ਉਹ ਹੈਗਾ ਫਰੋਡ, ਉਹਨਾਂ ਜੇਲ੍ਹ ਬਣ ਸਕਦੀ ਹੈ ਕਿਉਂਕਿ ਤੁਸੀਂ ਫਰੋਡਲੈਂਟ ਡੈਕਲੇਰੇਸ਼ਨ ਦਿੰਦੇ ਪਏ ਆ ਐਂਡ ਉਹ ਫਿਰ ਮੈਜਿਸਟ੍ਰੇਟ ਦੀ ਗੱਲ ਤੇ ਪਹੁੰਚ ਜਾਂਦੀ ਹੈ ਤਾਂ ਤੁਹਾਨੂੰ ਜੇਲ੍ਹ ਵੀ ਮਿਲ ਸਕਦੀ ਹੈ। ਦੈਟ ਇਜ਼ ਫਿਰ ਉਹਨਾਂ ਸਾਡੇ ਮਿਸਿੰਗ ਕੰਟੀਨਿਊਸਲੀ ਜੇ ਤੁਸੀਂ ਇਹਨੂੰ ਲਗਾਤਾਰ ਕਰਦੇ ਆ। ਨਹੀਂ ਭਾਜੀ ਜਦੋਂ ਇਵਨ 2 ਮੀਲ ਤੱਕ ਤੁਹਾਨੂੰ ਪਿਕਅਪ ਕਰ ਦਿੰਦੇ ਆ, ਦੇਖੋ ਚੈਕਿੰਗ ਕਰੋਗੇ। ਇੱਕ ਮੈਨੂੰ ਪਤਾ ਹੈਗਾ ਜਦੋਂ ਗੱਡੀਆਂ ਆਉਂਦੀਆਂ ਨਾ ਤਾਂ ਜਿਹੜੇ ਮਕੈਨਿਕ ਗਰਾਜ ਵਾਲੇ ਉਹ ਗੱਡੀ ਲੈ ਜਾਂਦੇ ਆ, ਉੱਥੇ 2-4 ਮੀਲ ਆ ਜਾਂਦੇ ਆ। ਉਹ ਵੀ ਪੁੱਛਣਾ ਚਾਹੁੰਦੇ ਇਹ ਟਰੱਕ ਇਹਦੇ 2-4 ਮੀਲ ਮਿਸਿੰਗ ਮਾਈਲੇਜ ਕਿਉਂ ਹੈਗੇ ਆ। ਪਰ ਜਿਸ ਦਿਨ ਮੰਨ ਲਓ ਉਹ ਜਿਹੜਾ ਉਹਨਾਂ ਨੇ ਨੋਟ ਕਰੋ। ਯੈਸ ਇਹ ਵੀ ਗੱਲ ਕਲੀਅਰ ਜ਼ਰੂਰ ਕਰਨੀ ਚਾਹੀਦੀ। ਇਦਾਂ ਨਹੀਂ ਕਿ ਤੁਸੀਂ ਟਰੱਕ ਹੈ ਜਿਹੜਾ ਉਹ ਮਕੈਨਿਕ ਤੇ ਛੱਡਣਾ, ਉਸ ਦਿਨ ਦੀ ਜਿਹੜੀ ਉਹ ਮਾਈਲੇਜ ਆ ਉਹ ਤੁਸੀਂ ਪ੍ਰਿੰਟ ਆਊਟ ਕੱਢ ਕੇ ਮੰਨ ਲਾ ਜਿੱਦਣ ਪੁੱਛਣ ਕਿ ਹਾਂਜੀ ਇੰਨੀ ਤਰੀਕ ਨੂੰ, ਮਈ ਦੀ ਇੰਨੀ ਤਰੀਕ ਨੂੰ ਟਰੱਕ ਤੁਹਾਡਾ 12 ਜਾਂ 15 ਕਿਲੋਮੀਟਰ ਚੱਲਿਆ, ਕਿੱਥੇ ਚੱਲਿਆ। ਇਦਾਂ ਨਹੀਂ ਕਿ ਤੁਹਾਨੂੰ ਪਤਾ ਨਹੀਂ, ਉਸ ਦਿਨ ਦੀ ਡੇਟ ਆ ਜਿਹੜੀ ਤੁਹਾਡੀ ਡਾਇਰੀ 'ਚ ਨੋਟ ਹੋਵੇ ਜਾਂ ਤੁਹਾਡੇ ਕੋਲ ਪ੍ਰਿੰਟ ਆਊਟ ਹੋਵੇ, ਉਹ ਕੱਢ ਕੇ ਮੂਹਰੇ ਰੱਖ ਸਕੋ ਕਿ ਹਾਂ ਆ ਗਿਆ ਸੀ। ਕੀ ਕਹਿਣਾ ਚਾਹੁੰਦੇ ਇਹ ਹੈਗੀ ਆ ਜਦੋਂ ਡਰਾਈਵਰ ਨਾ ਡੀਜ਼ਲ ਭਰਾਉਣ ਜਾਂਦੇ ਹੈਗੇ ਆ, ਜਦੋਂ ਗੱਡੀ ਛੱਡਦੇ ਆ ਆਪਣੇ ਇੰਸਪੈਕਸ਼ਨ ਵਾਸਤੇ ਮਸਟ ਬੀ ਕਾਰਡ ਇਨ ਦ ਲੋਰੀ। ਤੁਸੀਂ ਕਾਰ ਦੇ ਬਗੈਰ ਨਹੀਂ ਚਲਾ ਸਕਦੇ ਇਵਨ ਡੀਜ਼ਲ ਤੱਕ। ਅੱਛਾ ਜੀ ਨਹੀਂ ਯੂ ਕੈਨ ਨਾਟ ਬਿਕਾਜ਼ ਅਦਰ ਵਰਕ ਆ ਗਿਆ ਭਾਜੀ। ਐਂਡ ਜੇ ਤੁਸੀਂ ਆਪਣਾ ਕਾਰਡ ਬਾਹਰ ਕੱਢੋ ਤਾਂ ਟਰੱਕ ਲੈ ਜਾਓ ਡੀਜ਼ਲ ਪਾਉਣ ਵਾਸਤੇ, ਇਹ ਸਭ ਕੁਝ ਆ ਜਾਊਗਾ 1 ਮੀਲ 2 ਮੀਲ। ਚਾਲੀ ਜੀ ਜਿਸਲੇ ਮੰਨ ਲਾ ਇਦਾਂ ਪੁੱਛਦੇ ਵੀ ਆ, ਮੰਨ ਲਾ 12-15 ਕਿਲੋਮੀਟਰ ਵਾਲੇ ਤੋਂ ਪੁੱਛਦੇ ਨਹੀਂ ਕੁਛ, ਛੱਡ ਦਿੰਦੇ ਆ ਡਿਪੈਂਡਿੰਗ ਔਨ ਦੀ ਐਕਸ਼ਨ। ਬਟ ਜੇ ਉਹ ਜਿਹੜੇ ਉਹਦੇ ਸਭ ਕੁਝ ਕਾਊਂਟ ਕਰਦੇ ਇਦਾਂ ਨਹੀਂ ਲੈਂਦੇ। ਹਾਂ ਜੇ ਤੁਸੀਂ 12 ਰੋਜ਼ ਹੀ 12 ਚਲਾ ਰਹੇ ਕਿਲੋਮੀਟਰ ਸ਼ਾਇਦ, ਪਰ ਕਈ ਡਰਾਈਵਰ ਕਰਦੇ ਹੈਗੇ ਨਾ। ਮਤਲਬ ਕਹਿ ਸਕਦੇ ਆਪਾਂ ਕਿ ਉਹਨਾਂ ਦਾ ਰੂਲ ਇਹ ਆ ਵੀ ਤੁਸੀਂ ਬਗੈਰ ਕਾਰਡ ਤੋਂ ਟਰੱਕ ਚਲਾ ਹੀ ਨਹੀਂ ਸਕਦੇ। ਦੈਟਸ ਇਟ। ਇਹ ਗੱਲ ਹੈਗੀ ਤੇ ਕਾਫੀ ਸੀਰੀਅਸ ਹੈ। ਤੁਸੀਂ ਕਾਰਡ ਨਾ ਪੁੱਲ ਕਰਦੇ ਕਰੋ। ਜਿਹੜਾ ਓਨਰ ਹੈਗਾ ਇਸ ਗੱਲੋਂ ਜਿਹੜੇ ਡਰਾਈਵਰ ਦੀ ਰਿਪੋਰਟ ਹੁੰਦੀ ਹੈ ਨਾ, ਚੈੱਕ ਕਰਨਾ ਚਾਹੀਦਾ ਮਿਸਿੰਗ ਮਾਈਲੇਜ, ਮੇਰੇ ਕੋਲ ਮਿਸਿੰਗ ਮਾਈਲੇਜ ਕੋਈ ਹੈਗੀ ਆ। ਮੈਨੂੰ ਪਤਾ ਮੈਂ ਕਈ ਭਾਈਆਂ ਨੂੰ ਪੁੱਛ ਸਕਦਾ ਤੁਹਾਨੂੰ ਇਸ ਚੀਜ਼ ਦਾ ਪਤਾ, ਉਹ ਕਹੋਗੇ ਵੀ ਨੋ ਨਥਿੰਗ। ਇਹ ਵੈਰੀ ਇੰਪੋਰਟੈਂਟ ਚੀਜ਼ ਹੈ। ਜਦੋਂ ਤੁਸੀਂ ਡਰਾਈਵਰ ਦੀ ਰਿਪੋਰਟ ਲੈਂਦੇ ਨਾ ਮਿਸਿੰਗ ਮਾਈਲੇਜ ਵੀ ਲਾਈਕ ਕਰੋ ਦ ਸੇਮ ਟਾਈਮ। ਐਵਰੀਡੇ ਕਰਨ ਜਿਹੜਾ ਤਕਰੀਬਨ ਮਹੀਨੇ 'ਚ 1 ਦਿਨ ਕੱਢ ਕੇ ਇਨਫ੍ਰਿੰਜਮੈਂਟਸ ਉਹਦੇ ਵਿੱਚ ਦੇਖ ਲਓ ਤੁਹਾਡੇ ਡਰਾਈਵਰ ਦੀਆਂ ਜੇ ਜ਼ਿਆਦਾ ਇਨਫ੍ਰਿੰਜਮੈਂਟ ਜਿਹੜੀਆਂ ਆ ਰਹੀਆਂ, ਡਿਸਪਲਿਨਰੀ ਐਕਸ਼ਨ ਜਾਂ ਉਹਨੂੰ ਇੱਕ ਵਾਰਨਿੰਗ ਜਿਹੜੀ ਆ ਉਹ ਦੇ ਦਿਓ। ਇਹ ਨਾ ਸੋਚੋ ਕਿ ਇਹ ਭਾਈ ਇਹ ਤਾਂ ਉਹਦੀਆਂ ਆ, ਉਹ ਸਾਨੂੰ ਕੀ ਕਹਿਣਾ। ਪੁੱਛਣਾ ਉਹਨਾਂ ਨੇ ਤੁਹਾਨੂੰ ਆ ਕਿ ਭਾਈ ਤੁਹਾਡੇ ਡਰਾਈਵਰ ਨੇ ਆਹ ਗਲਤੀ ਕੀਤੀ ਆ ਤੇ ਇਹਦਾ ਹੱਲ, ਇਹਦਾ ਜ਼ਿੰਮੇਵਾਰ ਤੁਸੀਂ ਆ। ਉੱਥੇ ਜਾ ਕੇ ਤੁਸੀਂ ਜੋ ਮਰਜ਼ੀ ਕਹੀ ਜਾਓ ਕਿ ਉੱਥੇ ਕਈ ਵਾਰੀ ਜਾ ਕੇ ਵੀ ਹੁੰਦਾ ਨਾ, ਜਿਵੇਂ ਦੱਸਦੇ ਆ ਕਿ ਡਰਾਈਵਰ ਨੂੰ ਕਹਿ ਦੇਣਾ ਜੀ ਇਹ ਗਲਤ ਆ। ਉੱਥੇ ਜਾ ਕੇ ਜਦੋਂ ਇਹ ਕਹਿੰਦੇ ਤੁਸੀਂ ਹੋਰ ਜ਼ਿਆਦਾ ਹੌਲੇ ਹੋ ਜਾਂਦੇ ਆ ਕਿ ਇਹ ਬੰਦਾ ਬਲੇਮ ਗੇਮ ਖੇਡ ਰਿਹਾ। ਮਤਲਬ ਬਈ ਕਰਾ ਸਾਰਾ ਕੋਈ ਡਰਾਈਵਰ ਨੂੰ ਕਰਾ ਕੇ ਮੁੜ ਕੇ ਸਾਰਾ ਬਲੇਮ ਡਰਾਈਵਰ ਤੇ ਸਿੱਟਣ ਦੀ ਕੋਸ਼ਿਸ਼ ਆ। ਉਹ ਇਹ ਗੱਲਾਂ ਸਾਰੀਆਂ ਸਮਝਦੇ ਆ ਕਿ ਆਪਰੇਟਰ ਦੀ ਮਰਜ਼ੀ ਤੋਂ ਬਿਨਾ ਇਹ ਸਾਰਾ ਕੁਝ ਨਹੀਂ ਹੋ ਸਕਦਾ। ਸਹੀ ਜਿਹੜਾ ਨਾ ਤੁਹਾਨੂੰ ਸੌਫਟਵੇਅਰ ਦੀ ਸਮਝ ਹੋਣੀ ਚਾਹੀਦੀ ਹੈ। ਹਾਂ ਇਹਦੇ ਉੱਤੇ ਆਪਾਂ ਆਈਏ ਹੁਣ। ਇਹਦੇ ਉੱਤੇ ਆਈਏ ਕਿ ਸੌਫਟਵੇਅਰ ਹੈ ਜਿਹੜਾ, ਕਿਉਂਕਿ ਤੁਸੀਂ ਹੈ ਜਿਹੜਾ ਤੁਹਾਡਾ ਤੁਸੀਂ ਵੀ ਇੱਕ ਸੌਫਟਵੇਅਰ ਜਿਹੜਾ ਉਹ ਆਪਣਾ ਜਿਹੜਾ ਕਰਦੇ ਆ। ਨਹੀਂ ਉਹ ਮੇਰਾ ਸੌਫਟਵੇਅਰ ਨਹੀਂ ਹੈ। ਉਹ ਹੈ ਉਹਦਾ ਨਾਮ ਹੈਗਾ TrueTech। ਅੱਛਾ TrueTech ਕੰਪਨੀ ਹੋ ਰਿਹਾ। ਇੱਕ ਕੰਪਨੀ ਹੈ ਟਾਕੋ ਮਾਸਟਰ, ਇੱਕ ਹੈ TrueTech। ਜਿਹੜੀ RHA ਹੈ ਨਾ ਉਹ ਹੈਗੀ UK ਦੀ ਵੱਡੀ ਆਪਣੇ
ਐਸੋਸੀਏਸ਼ਨ ਕਾਫੀ ਆਪਣੇ ਭਾਈਆਂ ਦਾ ਉਹਨਾਂ ਨਾਲ ਲਿੰਕ ਬਣਿਆ ਹੋਗਾ ਉਹ ਟਰੂ ਟੈਕ ਇਸਤੇਮਾਲ ਕਰਦੇ ਆ ਪਰ ਕਈ ਲੋਕਾਂ ਨੂੰ ਸਮਝ ਨਹੀਂ ਆਉਂਦੀ that ਇਹ ਜਿਹੜੀ ਐਨਾਲਿਸਿਸ ਕੀ ਹੈਗੀ ਆ ਜੀ ਉਹਨਾਂ ਨੇ ਸੌਫਟਵੇਅਰ ਲਗਾਇਆ ਹੈ ਬਸ ਕੰਮ ਚਲਾਈ ਜਾਂਦੇ ਆ ਉਹਨਾਂ ਨੂੰ ਕੋਈ ਅੰਡਰਸਟੈਂਡਿੰਗ ਨਹੀਂ ਹੈਗੀ ਇਹਦਾ ਕੀ ਮਤਲਬ ਹੈ ਕਿੰਨੇ ਘੰਟੇ ਰਹਿ ਗਏ ਕੰਮ ਕਰਨ ਵਾਸਤੇ ਇਸ ਹਫ਼ਤੇ ਜੀ ਇਹ ਕਾਫੀ ਕੰਪਲਿਕੇਟਿਡ ਹੈਗਾ ਇਹ ਟੌਪਿਕ ਤਾਂ ਮੇਰਾ ਖਿਆਲ ਅੱਜ ਅਸੀਂ ਨਹੀਂ ਕਰ ਸਕਦੇ ਨਹੀਂ ਆਪਣੇ ਕੋਲ ਹੈਗੇ ਡਾਕੂਮੈਂਟ ਹੈਗੇ ਆ ਮੈਂ ਸੌਖੇ ਸ਼ਬਦਾਂ 'ਚ ਸਮਝਾ ਦਿੰਦਾ ਜਿਹੜੇ ਇਨਫ੍ਰਿੰਜਮੈਂਟਸ ਆ ਜਿਹੜੇ ਇਦਾਂ ਦੇ ਜਿਹੜੇ ਕੁਝ ਸੌਫਟਵੇਅਰ ਆ ਜਿਸ ਦਿਨ ਤੁਸੀਂ ਇਨਫ੍ਰਿੰਜਮੈਂਟ ਕੱਢੀ ਉਸ ਦਿਨ ਦੀ ਡੇਟ ਪੈਣੀ ਆ ਕੁਝ ਸੌਫਟਵੇਅਰ ਇਦਾਂ ਦੇ ਆ ਜਿਹੜੇ ਆਟੋਮੈਟਿਕ ਡਾਊਨਲੋਡ ਹੋ ਜਾਂਦੇ ਆ ਉਹ ਐਵਰੀ ਵੀਕ ਤੁਹਾਡੀ ਈਮੇਲ ਦੇ ਵਿੱਚ ਇਨਫ੍ਰਿੰਜਮੈਂਟਸ ਤੇ ਇਹ ਜਿਹੜਾ ਅੱਡ ਵਰਕਿੰਗ ਟਾਈਮ ਵਾਲਾ ਇਹ ਸਾਰਾ ਕੁਝ ਤੁਹਾਨੂੰ ਈਮੇਲ ਵੀਕ ਦੀ ਵੀਕ ਜਿਹੜੇ ਉਹ ਕਰੀ ਜਾਂਦੇ ਆ ਤਾਂ ਜੋ ਜਿਹੜਾ ਤੁਹਾਨੂੰ ਤੁਸੀਂ ਉਹ ਸਾਰੀ ਵੀਕ ਦਾ ਡਾਟਾ ਦੇਖ ਕੇ ਉਹਨੂੰ ਪ੍ਰਿੰਟ ਆਊਟ ਕਰਕੇ ਡਰਾਈਵਰ ਦੇ ਸਾਈਨ ਕਰਾ ਲਓ ਜਿਹੜੇ ਕੁਝ ਸੌਫਟਵੇਅਰ ਇਦਾਂ ਦੇ ਆ ਜਿਸ ਦਿਨ ਦਾ ਪ੍ਰਿੰਟ ਕਰੋਗੇ ਉਸ ਦਿਨ ਦੀ ਜਿਹੜੀ ਸਾਈਨ ਜਿਹੜੀ ਉਸ ਦਿਨ ਦੀ ਡੇਟ ਜਿਹੜੀ ਉਹਦੇ ਉੱਤੇ ਆਉਣੀ ਆ ਕੋਈ ਵੀ ਗੱਲਬਾਤ ਜਿਹੜੀ ਆ ਤੁਸੀਂ ਕਰਨੀ ਚਾਹੋ ਚਾਰਲੀ ਉਹਨਾਂ ਦੇ ਨਾਲ ਚਾਰਲੀ ਜੀ ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਦਰਸ਼ਕਾਂ ਨੂੰ ਦੱਸ ਦਿਓ ਹਾਂਜੀ ਉਹ ਸਾਡਾ ਜਿਹੜਾ ਆਫਿਸ ਨੰਬਰ ਹੈਗਾ ਜੀ ਇਜ਼ 03 ਅਦਰਵਾਈਜ਼ ਤੁਸੀਂ ਇਨਕੁਆਇਰ ਕਰ ਲਓ ਫਰਮ ਦ ਸਟੂਡੀਓ ਉਹ ਤੁਹਾਨੂੰ ਦੱਸ ਦੋਗੇ ਜੀ ਤਾਂ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਆਡਿਟਸ ਦਾ ਜੀ ਟ੍ਰੈਫਿਕ ਕਮਿਸ਼ਨ ਦੀ ਆਡਿਟ ਹੁੰਦੀ ਆ ਇਹ ਪੂਰੀ ਲਿਸਟ ਹੈਗੀ ਜੀ ਉਹ ਕੀ ਦੇਖਣਾ ਚਾਹੁੰਦੇ ਆ ਜੀ ਤੇ ਇੱਥੋਂ ਕਈ ਲੋਕਾਂ ਦਾ ਜਿਹੜਾ ਨਾ ਇਹ ਸਿਸਟਮਸ ਉਹਨਾਂ ਕੋਲ ਮੌਜੂਦ ਨਹੀਂ ਹੁੰਦੇ ਇਹ ਜਦੋਂ ਆਪਣੇ ਪਬਲਿਕ ਇਨਕੁਆਇਰੀ ਤੇ ਜੋ ਟ੍ਰੈਫਿਕ ਕਮਿਸ਼ਨ ਕਹਿੰਦਾ ਮੈਨੂੰ ਆਡਿਟ ਚਾਹੀਦੀ ਆ ਜੀ ਤਾਂ ਉਹ ਚੈੱਕ ਇਨ ਕਰਦੇ ਆ ਜੋ ਅਸੀਂ ਗੱਲ ਕਰ ਚੁੱਕੇ ਹਾਂ ਜੀ ਫੁੱਲ ਪਲਾਨਰ ਜੀ ਇੰਸਪੈਕਸ਼ਨ ਜੀ ਡਿਫੈਕਟਸ ਜੀ ਜਿਹੜੇ ਡਰਾਈਵਰ ਕੰਟਰੈਕਟਸ ਜੀ ਇਹ ਹਰ ਚੀਜ਼ ਪੁੱਛਣਾ ਇਹ ਸਾਰਾ ਕੁਝ ਹੋ ਗਿਆ ਸਾਡੇ ਕੋਲ ਟਾਈਮ ਆ ਜਿਹੜਾ ਚਾਰਲੀ ਅਹਿਮਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੂਰਾ ਟਾਈਮ ਹੋ ਚੁੱਕਾ ਫਿਰ ਵੀ ਬਹੁਤ ਸਾਰੇ ਜਿਹੜੇ ਕੁਐਸਚਨਸ ਆ ਉਹ ਅਜੇ ਵੀ ਜਿਹੜੇ ਰਹਿੰਦੇ ਆ ਇਹਨਾਂ ਦੇ ਬਾਬਤ ਗੱਲਬਾਤ ਹੋ ਸਕਦੀ ਆ ਸਾਨੂੰ ਫੇਸਬੁੱਕ ਤੇ ਭਾਈ ਸਾਹਿਬ ਪੁੱਛਦੇ ਆ ਕਿ ਇੱਕੋ ਨੰਬਰ ਦੀਆਂ ਇੱਕੋ ਰੰਗ ਦੀਆਂ ਦੋ ਕਾਰਾਂ ਯੂਕੇ 'ਚ ਹੋ ਸਕਦੀਆਂ ਨਹੀਂ ਹੋ ਸਕਦੀਆਂ ਜੀ ਬਿਲਕੁਲ ਨਹੀਂ ਹੋ ਸਕਦੀਆਂ ਜੇ ਹੈਗੀਆਂ ਤੇ ਇੱਕ ਕਾਰ ਉਹਦੇ ਵਿੱਚੋਂ ਦੂਜੀ ਕਾਰ ਦਾ ਨੰਬਰ ਯੂਜ਼ ਕਰ ਰਹੀ ਆ ਸੋ ਇਹ ਪੁਲਿਸ ਦਾ ਮੈਟਰ ਹੈ ਜ਼ਰੂਰ ਜਾ ਕੇ ਉਹਨਾਂ ਨੂੰ ਦੱਸੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਕਰਨੇ ਦਾ ਮਕਸਦ ਇਹ ਸੀ ਕਿ ਸਾਡੇ ਟਰਾਂਸਪੋਰਟ ਦੇ ਭਾਈਚਾਰੇ ਵਾਲੇ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਪਰ ਇਹ ਨਿੱਕੀਆਂ ਨਿੱਕੀਆਂ ਗਲਤੀਆਂ ਜਿਹੜੀਆਂ ਜੇ ਇਹਨੂੰ ਵੀ ਸੁਧਾਰ ਲਈਏ ਆਪਾਂ ਤਾਂ ਜਿਹੜਾ ਉਹ ਆਪਣਾ ਕੋਈ ਵੀ ਅੱਗੇ ਪ੍ਰੋਬਲਮ ਪਵੇ ਤੇ ਉਹ ਆਪਾਂ ਸਾਰਾ ਕੋਈ ਪੇਪਰ ਵਰਕ ਜਿਹੜਾ ਲਾਈਨ ਸਿਰ ਹੋਵੇ ਤੇ ਆਪਾਂ ਕੱਢ ਕੇ ਸਾਹਮਣੇ ਆ ਰੱਖ ਸਕਦੇ ਜੀ ਆ ਚੱਕੋ ਗੱਲ ਕੁਝ ਵੀ ਨਹੀਂ ਸਾਰਾ ਕੁਝ ਕਈ ਵਾਰੀ ਕਰਦੇ ਹੁੰਦੇ ਆ ਪਰ ਉਹ ਆਪਾਂ ਸਿਰਫ ਰਿਟਨ ਤੌਰ ਤੇ ਉਹਨੂੰ ਮੰਨਦੇ ਆ ਚਾਰਲੀ ਅਹਿਮਦ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਟੂਡੀਓ 'ਚ ਆਉਣ ਦੇ ਲਈ ਅੱਗੇ ਤੋਂ ਵੀ ਕਿਤੇ ਜਿਹੜਾ ਮਹੀਨੇ ਬਾਅਦ ਜ਼ਰੂਰ ਸਟੂਡੀਓ ਦੇ ਵਿੱਚ ਤੁਹਾਨੂੰ ਸੱਦੇ ਰਵਾਂਗੇ ਜਸਟ ਪਾਰਟਿੰਗ ਸਾਡੇ ਕੋਲ ਕੰਸਲਟੈਂਟ ਹੈਗੇ ਥਰੂ ਆਊਟ ਯੂਕੇ ਸਕਾਟਲੈਂਡ ਲੈ ਕੇ ਸਾਊਥਹੈਂਪਟਨ ਸਾਊਥ ਈਸਟ ਲੰਡਨ ਵੇਲਸ ਮਿਡਲੈਂਡਸ ਤਾਂ ਤੁਹਾਨੂੰ ਕੋਈ ਜ਼ਰੂਰਤ ਪੈ ਜਾਵੇ ਤਾਂ ਅਸੀਂ ਤੁਹਾਨੂੰ ਆਪਣੇ ਬੰਦੇ ਭੇਜ ਸਕਦੇ ਹਾਂ ਪਬਲਿਕ ਇਨਕੁਆਇਰੀ ਪੈ ਜਾਏ ਕੋਈ ਚੱਕਰ ਪੈ ਜਾਏ ਕੋਈ ਤਰ੍ਹਾਂ ਦਾ ਇਦਾਂ ਦਾ ਕੋਈ ਪ੍ਰੋਬਲਮ ਹੋਵੇ ਔਰ ਐਨੀ ਹੈਲਪ ਹੋਵੇ ਉਹ ਚਾਰਲੀ ਅਹਿਮਦ ਹੋਣਾ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਮਿਲਾਂਗੇ ਜੀ ਆਪਾਂ ਕੱਲ ਨੂੰ ਪ੍ਰੋਗਰਾਮ ਗੱਲਾਂ ਦੇ ਵਿੱਚੋਂ ਗੱਲ ਉਸ ਦੇ ਵਿੱਚ ਕੱਲ ਨੂੰ ਕੁਝ ਮੁੱਦਿਆਂ ਤੇ ਆਪਾਂ ਤੁਹਾਡੇ ਨਾਲ ਸਾਂਝ ਪਾਉਣੀ ਆ ਮੁੱਦੇ ਜਿਹੜਾ ਤੱਤੇ ਵੀ ਆ ਪਰ ਕੱਲ ਨੂੰ ਗੱਲ ਉਹਦੇ ਤੇ ਆਪਾਂ ਹੁਣ ਕਰਾਂਗੇ ਅੱਜ ਲਈ ਇੰਨਾ ਹੀ ਮੈਨੂੰ ਤੇ ਚਾਰਲੀ ਅਹਿਮਦ ਹੋਣਾ ਜੀ ਜੇ ਦਿਓ ਹੁਣ ਇਜਾਜ਼ਤ ਮਿਲਦੇ ਆ ਜੀ ਕੱਲ ਨੂੰ ਸ਼ੁਕਰੀਆ ਸਤਿ ਸ਼੍ਰੀ ਅਕਾਲ